ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਜੀ ਆਪ ਮਿਹਰ ਕਰਨ, ਆਪਣਾ ਬਖਸ਼ਿਸ਼ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਅਦਬ ਸਹਿਤ। ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ। ਦੋਵੇਂ ਹੱਥ ਜੋੜ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਬਾਮਣ ਗੁਰੂ ਹੈ ਜਗਤ ਕਾ। ਭਗਤਨ ਕਾ ਗੁਰ ਨਾਹੀ। ਅਰਜ ਉਰਜ ਕੈ ਪਚ ਮੁਆ। ਚਾਰੋ ਬਿਦਹ ਮਾਹੇ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਔਰ ਸਤਿਕਾਰ ਦੇ ਨਾਲ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਪਾਵਨ ਬਚਨ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ। ਸ਼ਲੋਕ ਭਗਤ ਕਬੀਰ ਜੀਓ ਕੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1377 ਦੇ ਉੱਪਰ ਸੁਭਾਇਮਾਨ ਹੈ ਔਰ ਇਹਨਾਂ ਤੋਂ ਪਹਿਲਾਂ ਆਪ ਸੰਗਤ ਨੇ 236 ਸ਼ਲੋਕਾਂ ਤੱਕ ਦੀ ਵਿਚਾਰ ਜੋ ਹੈ ਉਹ ਕੱਲ ਦੇ ਦੀਵਾਨਾਂ ਤੱਕ ਸਰਵਣ ਕੀਤੀ ਹੈ। ਅਗਲੇਰੇ 4 ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਅੱਜ ਭਗਤ ਕਬੀਰ ਸਾਹਿਬ ਜੀ ਨੇ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਉਹਦੇ ਵਿੱਚ ਗੱਲ ਉਹਨਾਂ ਨੇ ਇੱਕ ਧਰਮੀ ਬੰਦੇ ਦੀ ਕੀਤੀ ਹੈ। ਉਹ ਧਰਮੀ ਬੰਦਾ ਜਿਹੜਾ ਆਪਣੇ ਤਨ ਦੇ ਉੱਤੇ ਪਹਿਰਾਵਾ ਤੇ ਧਰਮ ਦਾ ਪਾ ਕੇ ਬੈਠਾ ਹੈ ਤੇ ਉਹਨੇ ਇੱਕ ਜ਼ਿੰਮਾ ਚੁੱਕਿਆ ਦੁਨੀਆ ਨੂੰ ਸਿੱਧੇ ਰਸਤੇ ਤੇ ਪਾਉਣ ਦਾ। ਹੁਣ ਜਿੰਨੇ ਇਹ ਜ਼ਿੰਮੇਵਾਰੀ ਲੈ ਲਈ ਹੈ ਫਿਰ ਉਹਦਾ ਫਰਜ਼ ਬਣਦਾ ਵੀ ਉਹ ਦੁਨੀਆ ਨੂੰ ਸਿੱਧੇ ਰਸਤੇ ਪਾਵੇ। ਔਰ ਉਹਨੇ ਕੀ ਕੀਤਾ, ਧਰਮ ਦਾ ਪਹਿਰਾਵਾ ਤੇ ਬਰਕਰਾਰ ਰੱਖਿਆ ਤੇ ਦੁਨੀਆ ਉਹਦੇ ਧਰਮ ਦੇ ਪਹਿਰਾਵੇ ਨੂੰ ਵੇਖ ਕੇ ਭਰਮਦੀ ਰਹੀ, ਭੁਲੇਖੇ ਵਿੱਚ ਰਹੀ। ਜਦੋਂ ਦੁਨੀਆ ਉਹਦੇ ਧਰਮ ਦੇ ਪਹਿਰਾਵੇ ਨੂੰ ਵੇਖ ਕੇ ਭੁਲੇਖੇ ਵਿੱਚ ਰਹੀ, ਉਹਨੇ ਇਸ ਗੱਲ ਦਾ ਲਾਭ ਚੁੱਕਿਆ
ਤੇ ਜਦੋਂ ਉਹ ਲਾਭ ਚੁੱਕਦਾ ਹੈ, ਹੁਣ ਉਹਨੇ ਦੁਨੀਆ ਨੂੰ ਸਿੱਧੇ ਰਸਤੇ ਪਾਉਣ ਦੀ ਬਜਾਏ ਦੁਨੀਆ ਨੂੰ ਭਰਮਾਂ ਵਿੱਚ ਪਾਉਣਾ ਸ਼ੁਰੂ ਕਰਤਾ। ਤੇ ਭਰਮਾਂ ਵਿੱਚ ਪਾ ਕੇ ਆਪਣੇ ਅਨੁਸਾਰੀ ਜੋ ਉਹਨੂੰ ਚੰਗਾ ਲੱਗਦਾ ਹੈ ਉਸ ਅਨੁਸਾਰ ਕੰਮ ਕਰਵਾ ਰਿਹਾ, ਦੁਨੀਆ ਕਰ ਰਹੀ ਹੈ। ਅੱਜ ਇਸ ਪੱਖ ਨੂੰ ਨਾ ਭਗਤ ਕਬੀਰ ਸਾਹਿਬ ਜੀ ਨੇ ਸਾਡੇ ਸਾਹਮਣੇ ਰੱਖਿਆ। ਕਹਿੰਦੇ ਬਾਹਮਣ ਗੁਰੂ ਹੈ ਜਗਤ ਕਾ। ਹੁਣ ਥੋੜਾ ਜਿਹਾ ਤਵੱਜੋ ਦੇ ਕੇ ਤੇ ਆਪਣੀਆਂ ਸੋਚਾਂ ਜਿਹੜੀਆਂ ਉਹਨਾਂ ਨੂੰ ਵਿਸ਼ਾਲ ਰੱਖ ਕੇ ਇਸ ਗੱਲ ਨੂੰ ਸਮਝਿਓ। ਹੁਣ ਲਫ਼ਜ਼ ਇੱਥੇ ਬਾਹਮਣ ਵਰਤਿਆ ਗਿਆ ਤੇ ਅਸੀਂ ਕਿਸੇ ਖਾਸ ਫਿਰਕੇ ਦਾ ਪੱਖ ਨਹੀਂ ਰੱਖਾਂਗੇ। ਬਾਹਮਣ ਤੋਂ ਭਾਵ ਧਰਮੀ ਬੰਦਾ, ਜਿਹੜਾ ਧਰਮ ਦਾ ਪਹਿਰਾਵਾ ਆਪਣੇ ਤਨ ਤੇ ਪਾ ਕੇ ਬੈਠਾ, ਜਿਹਨੇ ਜਿੰਮਾ ਲਿਆ ਭਾਈ ਮੈਂ ਦੁਨੀਆ ਨੂੰ ਸਿੱਧੇ ਰਸਤੇ ਪਾਉਣਾ, ਉਹਨੂੰ ਧਰਮੀ ਬੰਦਾ ਹੈ। ਧਰਮੀ ਬੰਦੇ ਦਾ ਪਹਿਰਾਵਾ ਵੇਖ ਕੇ ਅਸੀਂ ਅਕਸਰ ਇਹ ਅੰਦਾਜ਼ਾ ਲਾ ਲੈਨੇ ਆ ਭਾਈ ਇਹ ਧਰਮ ਦਾ ਪਹਿਰਾਵਾ ਪਹਿਨ ਕੇ ਬੈਠਾ ਤੇ ਧਰਮੀ ਹੋਏਗਾ। ਅਕਸਰ ਸਾਡੇ ਮਨ 'ਚ ਇਹ ਭਰਮ ਹੁੰਦਾ ਹੈ। ਜਿਵੇਂ ਇਸ ਗੱਲ ਨੂੰ ਸਮਝਣ ਲਈ ਨਾ ਗੁਰੂ ਨਾਨਕ ਸਾਹਿਬ ਨੇ ਇੱਕ ਬੜਾ ਪਿਆਰਾ ਬਚਨ ਆਸਾ ਕੀ ਵਾਰ 'ਚ ਸਾਨੂੰ ਬਖਸ਼ਿਸ਼ ਕੀਤਾ, ਜਿਹਨੂੰ ਆਪਾਂ ਅਕਸਰ ਵਿਚਾਰਦੇ ਹਾਂ ਵੀ ਸਿਮਲ ਰੁੱਖ ਸਰਾਏ ਰਾਤ ਦੀਰਘ ਅਤ ਮੁੱਚ। ਹੁਣ ਉਹਨੂੰ ਐਡਾ ਵੱਡਾ ਐਡਾ ਚੌੜਾ, ਇੰਨੇ ਉਹਦੇ ਉੱਤੇ ਪੱਤੇ, ਇੰਨੇ ਉਹਦੇ ਉੱਤੇ ਫੁੱਲ ਫਲ ਲੱਗੇ ਵੇਖ ਕੇ ਇੱਕ ਪੰਛੀ ਭਰਮ ਕੇ ਉਹਦੇ ਉੱਤੇ ਆ ਕੇ ਬਹਿ ਜਾਂਦਾ ਹੈ। ਪੰਛੀ ਭਰਮ ਕੇ ਆਇਆ ਉਸ ਰੁੱਖ ਦੀ ਆ ਕੇ ਡਾਲੀ ਤੇ ਬਹਿ ਗਿਆ। ਹੁਣ ਜਦੋਂ ਉਹ ਪੰਛੀ ਆ ਕੇ ਰੁੱਖ ਦੀ ਡਾਲੀ ਤੇ ਬੈਠਾ, ਸੁਭਾਵਿਕ ਜਿਹੀ ਗੱਲ ਹੈ, ਡਾਲੀ ਤੇ ਬਹਿਣ ਵਾਲਾ ਫੁੱਲ ਵੀ ਚੱਖੇਗਾ ਤੇ ਫਲ ਵੀ ਚੱਖੇਗਾ। ਜਿਹੜਾ ਪੰਛੀ ਆ ਕੇ ਰੁੱਖ ਦੀ ਡਾਲੀ ਤੇ ਬੈਠਾ ਹੈ ਉਹਨੇ ਫੁੱਲ ਵੀ ਚੱਖਣੇ ਤੇ ਫਲ ਵੀ ਚੱਖਣੇ ਨੇ। ਹੁਣ ਜਦੋਂ ਉਹ ਫੁੱਲ ਅਤੇ ਫਲਾਂ ਨੂੰ ਚੱਖਦਾ ਮਿਲਦਾ ਕੀ ਹੈ? ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿਤ। ਨਿਰਾਸ਼ ਹੋ ਕੇ ਗਿਆ ਤੇ ਉਹਦੀ ਨਿਰਾਸ਼ਤਾ ਦਾ ਕਾਰਨ ਕੀ ਸੀ? ਫਲ ਫਿੱਕੇ, ਫੁੱਲ ਬਕਬਕੇ, ਕੰਮ ਨਾ ਆਵੇ ਪੱਤ, ਉਹਦੇ ਪੱਤੇ ਵੀ ਕੰਮ ਨਹੀਂ ਆਏ, ਫਲ ਵੀ ਫਿੱਕੇ, ਫੁੱਲ ਵੀ ਬਕਬਕੇ, ਕੋਈ ਟੇਸਟ ਨਹੀਂ ਉਹਨਾਂ ਦਾ। ਉਹ ਵਿਚਾਰਾ ਨਿਰਾਸ਼ ਹੋ ਕੇ ਚਲਾ ਗਿਆ। ਹੁਣ ਇਹਦੇ ਵਿੱਚ ਦੋਸ਼ ਪੰਛੀ ਦਾ ਤੇ ਆਪਾਂ ਨਹੀਂ ਨਾ ਕਹਿ ਸਕਦੇ। ਉਹ ਤੇ ਇੱਕ ਉਹਦਾ ਪਹਿਰਾਵਾ ਵੇਖ ਕੇ ਉੱਡ ਕੇ ਆਇਆ, ਉੱਡ ਕੇ ਆ ਕੇ ਉਹਦੇ ਤੇ ਬਹਿ ਗਿਆ। ਜਦੋਂ ਆ ਕੇ ਬੈਠਾ ਤੇ ਅੱਗੋਂ ਜਦੋਂ ਉਹਦੇ ਨਾਲ ਵਾਰਤਾਲਾਪ, ਜਿਹਨੂੰ ਸਿਆਣੇ ਕਹਿੰਦੇ ਜਾਂ ਵਾਹ ਪਿਆ ਜਾਣੀ ਹੈ ਤੇ ਜਾਂ ਰਾਹ ਪਿਆ ਜਾਣੀ ਹੈ। ਹੁਣ ਜਦੋਂ ਉਸ ਪੰਛੀ ਦਾ ਵਾਹ ਉਸ ਰੁੱਖ ਨਾਲ ਪਿਆ, ਪਤਾ ਫੇਰ ਲੱਗਾ ਵੀ ਨਹੀਂ ਭਾਈ ਫਲ ਵੀ ਫਿੱਕੇ ਤੇ ਫੁੱਲ ਵੀ ਬਕ-ਬਕੇ, ਮੈਂ ਤੇ ਐਵੇਂ ਸਮਾਂ ਹੀ ਖਰਾਬ ਕੀਤਾ ਇਹਦੇ ਉੱਤੇ ਬੈਠ ਕੇ। ਏਦਾਂ ਹੀ ਧਰਮੀ ਬੰਦੇ ਨੇ ਆਪਣੇ ਤਨ ਤੇ ਇੱਕ ਧਰਮ ਦਾ ਪਹਿਰਾਵਾ ਪਹਿਨ ਲਿਆ ਜੀ। ਹੁਣ ਉਹ ਧਰਮ ਦਾ ਪਹਿਰਾਵਾ ਪਹਿਨ ਕੇ ਬੈਠਾ, ਜਿਹੜਾ ਲੋਕ ਉਹਨੂੰ ਵੇਖ ਕੇ ਭਰਮ ਗਏ ਕਿ ਧਰਮੀ ਹੈ ਭਾਈ, ਇਹ ਤੋਂ ਜ਼ਰੂਰ ਧਰਮ ਦੀਆਂ ਕੁਝ ਗੱਲਾਂ ਸਿੱਖਣ ਨੂੰ ਮਿਲਣਗੀਆਂ ਜਾਂ ਇਹਦੇ ਕੋਲੋਂ ਧਰਮ ਸਿੱਖਣ ਨੂੰ ਮਿਲੇਗਾ। ਹੁਣ ਚਾਹੀਦਾ ਤੇ ਇਹੋ ਸੀ ਵੀ ਜਿਹੜੇ ਇਨਸਾਨਾਂ ਨੇ ਉਹਦੇ ਤੋਂ ਇੰਨੀ ਆਸ ਲਾਈ ਹੈ, ਉਹਦੇ ਤੇ ਇੰਨਾ ਭਰੋਸਾ ਕੀਤਾ ਵੀ ਤੇਰੇ ਤੋਂ ਅਸੀਂ ਧਰਮ ਸਿੱਖਣਾ, ਉਹਦਾ ਫਰਜ਼ ਬਣਦਾ ਸੀ ਉਹ ਧਰਮ ਸਿਖਾਉਂਦਾ। ਉਹ ਦੱਸਦਾ ਵੀ ਭਾਈ ਜੋ ਤੁਸੀਂ ਮੇਰੇ ਕੋਲ ਸੋਚ ਲੈ ਕੇ ਆਇਓ, ਮੈਂ ਤੁਹਾਡੀ ਸੋਚ ਤੇ ਖਰਾ ਉਤਰਦਾ। ਤੁਸੀਂ ਮੇਰੇ ਕੋਲੋਂ ਧਰਮ ਸਿੱਖਣ ਆਇਓ, ਮੈਂ ਤੁਹਾਨੂੰ ਧਰਮ ਸਿਖਾਉਣਾ। ਫਰਜ਼ ਤੇ ਇਹੋ ਬਣਦਾ ਸੀ। ਪਰ ਉਹਨੇ ਕੀ ਕੀਤਾ? ਉਹਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਮਤਲਬ ਆਪਣੀ ਕਿੱਤਾ ਕਹਿ ਲਈਏ, ਆਪਣੀ ਕਿਰਤ ਕਹਿ ਲਈਏ, ਉਹਨੇ ਕਰਨੀ ਸ਼ੁਰੂ ਕਰ ਲਈ। ਲੋਕ ਆਏ, ਹੁਣ ਲੋਕਾਂ ਨੇ ਆ ਕੇ ਪੁੱਛਿਆ ਧਰਮ ਦਾ ਰਾਹ, ਉਹਨੇ ਦੱਸਿਆ ਧਰਮ ਦਾ ਰਾਹ, ਪਰ ਉਹ ਦੱਸਿਆ ਜਿਹਨੂੰ ਲੋਕ ਭਰਮ ਦੇ ਨਾਲ, ਜਿਹੜਾ ਭਰਮ ਵਿੱਚ ਪੈ ਕੇ ਤੇ ਲੋਕਾਂ ਨੇ ਉਹਨੂੰ ਕਮਾਉਣਾ ਸ਼ੁਰੂ ਕਰ ਲਿਆ। ਜਿਵੇਂ ਸੌਖਾ ਜਿਹਾ ਇੱਕ ਪੱਖ ਰੱਖਦੇ ਆ 7 ਵਾਰ ਨੇ, ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਜਾਂ ਐਤਵਾਰ ਤੋਂ ਲੈ ਕੇ ਸ਼ਨੀਵਾਰ ਤੱਕ, ਜਿਸ ਪਾਸਿਓਂ ਮਰਜ਼ੀ ਵਿਚਾਰ ਲਓ, 7 ਵਾਰ ਨੇ। ਹੁਣ 7 ਦਿਨ ਉਦਾਂ ਹੀ ਚੜ੍ਹਦੇ ਜਿਵੇਂ ਰੋਜ਼ ਚੜ੍ਹਦੇ ਨੇ। ਸੋਮਵਾਰ ਵੀ ਉਦਾਂ ਹੀ ਚੜ੍ਹਿਆ, ਮੰਗਲਵਾਰ ਵੀ ਉਦਾਂ ਹੀ ਚੜ੍ਹਿਆ, ਸਾਰੇ ਦਿਨ ਉਦਾਂ ਹੀ ਚੜ੍ਹੇ, ਸ਼ਾਮਾਂ ਵੀ ਉਦਾਂ ਹੀ ਪਈਆਂ, ਰਾਤ ਵੀ ਉਦਾਂ ਹੀ ਪੈ ਗਈ, ਸੌਂ ਗਏ, ਸਮਾਂ ਲੰਘ ਗਿਆ। ਹੁਣ ਇੱਕ ਧਰਮੀ ਬੰਦੇ ਤੇ ਲੋਕਾਂ ਨੇ ਵਿਸ਼ਵਾਸ ਕੀਤਾ।
ਉਹਦੇ ਤੇ ਵਿਸ਼ਵਾਸ ਕਰਕੇ ਤੇ ਉਹਦੇ ਕੋਲ ਚਲੇ ਗਏ। ਉਹ ਅੱਗੋਂ ਸਿਆਣਾ ਬਹੁਤ ਸੀ ਤੇ ਉਹਨੇ ਵੇਖਿਆ ਵੀ ਵਿਚਾਰੇ ਅੱਕੇ ਆਏ ਨੇ, ਥੱਕੇ ਆਏ ਨੇ, ਠੋਕਰਾਂ ਵੀ ਖਾਧੀਆਂ ਲੱਗਦੀਆਂ ਨੇ, ਤਾਂ ਹੀ ਮੇਰੇ ਕੋਲ ਚੱਲ ਕੇ ਆਏ, ਤੇ ਉਹਨੇ ਲਾਭ ਚੁੱਕਿਆ। ਹੁਣ ਉਹ ਲਾਭ ਚੁੱਕਦਾ ਕੀ ਕਰਦਾ ਜੀ, ਅੱਜ ਮੰਗਲਵਾਰ ਹੈ, ਅੱਜ ਫਲਾਣਾ ਕੰਮ ਕਰ ਲੋ ਤੇ ਸਾਰਾ ਕੁਝ ਹੀ ਠੀਕ ਹੋ ਜਾਣਾ। ਹੁਣ ਉਹ ਵਿਚਾਰੇ ਥੱਕੇ ਸਨ, ਅੱਕੇ ਸਨ, ਦੁਖੀ ਸੀ। ਉਹਨੇ ਆਪਣੇ ਸੁੱਖ ਦੇ ਲਈ, ਆਪਣੇ ਆਪ ਨੂੰ ਖੁਸ਼ੀ ਦੇ ਕਰਕੇ ਉਹਨੇ ਉਹ ਕੰਮ ਵੀ ਕਰ ਲਿਆ ਜੋ ਉਹਨੇ ਕਰਨ ਨੂੰ ਕਿਹਾ। ਸਤਿਗੁਰੂ ਪਾਤਸ਼ਾਹ ਦੀ ਕਿਤੇ ਬਾਣੀ ਪੜੋ, ਬਾਣੀ ਵਿੱਚ ਨਾ ਮਾਲਕ ਜੀ ਨੇ ਬੜੇ ਪ੍ਰੋੜਤਾ ਦੇ ਨਾਲ ਤੇ ਬੜੇ ਚੰਗੇ ਤਰੀਕੇ ਨਾਲ ਸਾਨੂੰ ਸਮਝਾਇਆ। ਉਸ ਬੰਦੇ ਨੇ ਇੱਥੋਂ ਤੱਕ ਲੋਕਾਂ ਨੂੰ ਭਰਮ ਚ ਪਾਤਾ, ਕਹਿੰਦਾ ਅਸ਼ ਦਾਨ, ਤੁਸੀਂ ਘੋੜੇ ਦਾਨ ਕਰੋ, ਗੱਜ ਦਾਨ, ਤੁਸੀਂ ਹਾਥੀ ਵੀ ਦਾਨ ਕਰੋ, ਸੇਜਾ ਨਾਰੀ ਭੂਮ ਦਾਨ, ਤੁਸੀਂ ਆਪਣੀਆਂ ਇਸਤਰੀਆਂ ਤੱਕ ਵੀ ਦਾਨ ਕਰ ਦਿਓ। ਹੁਣ ਜਿਹੜਾ ਦੁਖੀ ਸੀ ਉਹਨੇ ਚੁੱਕ ਕੇ ਉਹਨੂੰ ਵੀ ਦਾਨ ਕਰਤਾ ਵੀ ਭਾਈ ਮੈਂ ਜ਼ਿੰਦਗੀ 'ਚ ਸੁੱਖ ਚਾਹੁੰਦਾ ਤੇ ਮੈਨੂੰ ਕਿਹਾ ਵੀ ਤੂੰ ਆਪਣੀ ਇਸਤਰੀ ਦਾਨ ਕਰ ਦੇ, ਉਹਨੇ ਉਹ ਵੀ ਦਾਨ ਕਰਤੀ। ਇਦਾਂ ਦੇ ਹਾਲਾਤ ਜਿਹੜੇ ਨਾ ਉਹ ਸਮਾਜ ਦੇ ਬਣ ਚੁੱਕੇ। ਜਿਹੜਾ ਇੱਕ ਧਰਮੀ ਬੰਦੇ ਦੇ ਉੱਤੇ ਵਿਸ਼ਵਾਸ ਕਰਕੇ ਲੋਕਾਂ ਨੇ ਭਰਮ ਕਮਾਉਣਾ ਸ਼ੁਰੂ ਕੀਤਾ। ਤੇ ਬਾਬੇ ਕਬੀਰ ਜੀ ਨੇ ਅੱਜ, ਕਿਉਂਕਿ ਬਾਬਾ ਕਬੀਰ ਜੀ ਦਾ ਵਿਰੋਧ ਦਾ ਕਾਰਨ ਸਭ ਤੋਂ ਵੱਡੇ ਆਹੀ ਨੇ, ਜਿਹੜੇ ਕ੍ਰਾਂਤੀਕਾਰੀ ਬੋਲ ਨੇ ਨਾ। ਇੱਕ ਬੰਦਾ ਆਪਣਾ ਤੋਰੀ ਫੁਲਕਾ ਚਲਾ ਕੇ ਬੈਠਾ, ਦੁਕਾਨ ਚਲਾ ਕੇ ਬੈਠਾ, ਤੇ ਬਾਬੇ ਕਬੀਰ ਨੇ ਜਾ ਕੇ ਉਹਦੀ ਦੁਕਾਨ ਦੇ ਸਾਹਮਣੇ ਤੇ ਉਹਨੂੰ ਕਹਿਣਾ ਵੀ ਕਿਉਂ ਲੋਕਾਂ ਨੂੰ ਭਰਮ ਚ ਪਾਇਆ, ਲੋਕ ਆਪਣੇ ਮਗਰ ਲਾ ਕੇ ਤੁਰਿਆ ਫਿਰਦਾ, ਲੋਕਾਂ ਨੂੰ ਕਦੇ ਸਿੱਧੇ ਰਾਹ ਤੇ ਵੀ ਪਾ ਦਿਆ ਕਰ। ਉਹਨੇ ਤੇ ਵਿਰੋਧ ਕਰਨਾ ਹੀ ਹੈ ਨਾ, ਸੁਭਾਵਿਕ ਜਿਹੀ ਗੱਲ ਹੈ। ਮੰਨ ਲਓ ਇੱਕ ਸੌਖੀ ਜੀ ਮੈਂ ਉਦਾਹਰਨ ਰੱਖਦੇ ਹਾਂ ਵੀ ਆਪਾਂ ਆਪਣੀ ਇੱਕ ਸ਼ਾਪ ਖੋਲ ਕੇ, ਦੁਕਾਨ ਖੋਲ ਕੇ ਬੈਠੇ ਹਾਂ, ਕਿਸੇ ਚੀਜ਼ ਦੀ ਦੁਕਾਨ ਹੈ, ਅਸੀਂ ਖੋਲ ਕੇ ਬੈਠੇ ਹਾਂ, ਅਸੀਂ ਆਪਣੀ ਰੋਜ਼ੀ ਰੋਟੀ ਜਿਹੜੀ ਉਹਨੂੰ ਚਲਾ ਰਹੇ ਹਾਂ, ਰੋਜ਼ੀ ਰੋਟੀ ਸਾਡੀ ਚੰਗੀ ਚੱਲ ਰਹੀ। ਸਾਡੀ ਦੁਕਾਨ ਦੇ ਸਾਹਮਣੇ ਇੱਕ ਬੰਦਾ ਆਵੇ, ਉਹ ਆ ਕੇ ਬਹਿ ਜੇ, ਤੇ ਜਿਹੜਾ ਸਾਡੇ ਕੋਲ ਕਸਟਮਰ ਆਵੇ, ਜਿਹੜਾ ਸਾਡੇ ਕੋਲ ਗ੍ਰਾਹਕ ਆਵੇ, ਉਹਨੂੰ ਕਵੇ ਇਹਨਾਂ ਦੀ ਦੁਕਾਨ ਤੇ ਨਾ ਜਾਇਓ, ਇਹ ਤੇ ਜਿਹੜੇ ਪਦਾਰਥ ਵੇਚਦਾ ਉਹ ਤੇ ਨਕਲੀ ਨੇ, ਇਹ ਤੇ ਜਿਹੜੇ ਪਦਾਰਥ ਵੇਚਦਾ ਉਹਨਾਂ ਚੋਂ ਲਾਭ ਹੀ ਤੁਹਾਨੂੰ ਕੋਈ ਨਹੀਂ ਹੋਣਾ, ਇਹ ਤੇ ਸਾਰੇ ਯੂਜ਼ ਕੀਤੇ ਹੋਏ ਪ੍ਰੋਡਕਟ ਵੇਚਦਾ, ਤੁਸੀਂ ਇਹਦੀ ਦੁਕਾਨ ਤੇ ਨਾ ਜਾਇਓ। ਹੁਣ ਕਸਟਮਰ ਤੇ ਘਟਣਗੇ ਹੀ ਨਾ, ਸੁਭਾਵਿਕ ਜਿਹੀ ਗੱਲ ਹੈ। ਜਦੋਂ ਕਸਟਮਰ ਘਟੇਗਾ ਤੇ ਅਸੀਂ ਕੀ ਕਰਾਂਗੇ? ਅਸੀਂ ਕਸਟਮਰ ਥੋੜੀ ਫੜਾਂਗੇ, ਅਸੀਂ ਤੇ ਉਸ ਬੰਦੇ ਨੂੰ ਹੀ ਜਾ ਕੇ ਫੜਾਂਗੇ ਨਾ, ਜਿਹੜਾ ਬੰਦਾ ਸਾਡੀ ਦੁਕਾਨ ਦੇ ਸਾਹਮਣੇ ਬਹਿ ਕੇ ਤੇ ਲੋਕਾਂ ਨੂੰ ਭਰਮਾ ਰਿਹਾ। ਤੇ ਹੋ ਸਕਦਾ ਅਸੀਂ ਉਹਦੇ ਨਾਲ ਕੁੱਟਮਾਰ ਵੀ ਕਰੀਏ ਵੀ ਤੂੰ ਸਾਡੀ ਦੁਕਾਨ ਦੇ ਸਾਹਮਣੇ ਕਿਉਂ ਬੈਠਾ, ਇੱਥੋਂ ਚਲਾ ਜਾ, ਜੇ ਹੁਣ ਦੱਸਿਆ ਤੇ ਤੈਨੂੰ ਅਸੀਂ ਮਾਰ ਦੇਣਾ। ਅਸੀਂ ਉਹਦਾ ਵਿਰੋਧ ਕਰਾਂਗੇ ਜਿਹੜਾ ਸਾਡੀ ਦੁਕਾਨ ਦੇ ਸਾਹਮਣੇ ਬਹਿ ਕੇ ਲੋਕਾਂ ਨੂੰ ਭਰਮ ਵਿੱਚ ਪਾ ਰਿਹਾ, ਲੋਕਾਂ ਨੂੰ ਭੁਲੇਖੇ 'ਚ ਪਾ ਰਿਹਾ। ਅਸੀਂ ਵਿਰੋਧ ਕਰਨਾ ਸ਼ੁਰੂ ਕਰਤਾ। ਬਾਬੇ ਕਬੀਰ ਜੀ ਨਾਲ ਵੀ ਇਹਨਾਂ ਨੇ ਇਸੇ ਤਰ੍ਹਾਂ ਹੀ ਲੋਕਾਂ ਨੂੰ ਭਰਮ ਵਿੱਚ ਪਾਉਣ ਵਾਲੇ ਦੁਕਾਨਾਂ ਚਲਾ ਕੇ ਬੈਠੇ ਸਨ। ਬਾਬੇ ਕਬੀਰ ਨੇ ਜਾ ਕੇ ਕਹਿਣਾ ਸ਼ੁਰੂ ਕਰਤਾ, ਉਹ ਦੁਨੀਆ ਦੇ ਲੋਕੋ ਕਿਉਂ ਮੂਰਖ ਬਣੇ ਹੋ ਇਹਨਾਂ ਮਗਰ ਲੱਗ ਲੱਗ ਕੇ? ਆ ਜੋ ਕੁਝ ਤੁਹਾਨੂੰ ਦੱਸ ਰਹੇ ਹੋਣਾ ਇਦਾਂ ਕੁਝ ਵੀ ਨਹੀਂ। ਤੁਸੀਂ ਆਪ ਆਪਣੇ ਜੀਵਨ ਦੇ ਅੰਦਰ ਧਰਮ ਕਮਾਉਣ ਦੀ ਜਾਂਚ ਸਿੱਖੋ। ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਬਾਬਾ ਕਬੀਰ ਤੇ ਸੱਚ ਕਹਿ ਰਹੇ ਹੈ ਤੇ ਉਹਨਾਂ ਨੇ ਜਾਣਾ ਬੰਦ ਕਰਤਾ। ਜਦੋਂ ਜਾਣਾ ਬੰਦ ਹੋ ਗਏ, ਦੁਕਾਨ ਤੇ ਚੜ੍ਹਨਾ ਬੰਦ ਹੋ ਗਏ, ਸੁਭਾਵਿਕ ਜਿਹੀ ਗੱਲ ਹੈ ਉਸ ਦੁਕਾਨਦਾਰ ਨੇ ਬਾਬੇ ਕਬੀਰ ਦਾ ਵਿਰੋਧ ਕਰਨਾ ਹੀ ਕਰਨਾ, ਤੇ ਉਹ ਵਿਰੋਧ ਕੀਤਾ। ਹੁਣ ਭਗਤ ਜੀ ਕਹਿੰਦੇ ਬਾਹਮਣ ਗੁਰੂ ਹੈ ਜਗਤ ਕਾ। ਭਾਈ ਆ ਜਿਹੜਾ ਧਰਮੀ ਬੰਦਾ ਨਾ, ਇਹ ਜਗਤ ਵਾਲਿਆਂ ਦਾ ਗੁਰੂ ਹੋ ਸਕਦਾ ਹੈ, ਭਗਤਨ ਕਾ ਗੁਰ ਨਾਹੀਂ। ਪਰ ਜਿਹੜੇ ਰੱਬੀ ਪਿਆਰੇ ਨੇ ਨਾ, ਉਹਨਾਂ ਦਾ ਗੁਰੂ ਕੋਈ ਨਹੀਂ, ਕਿਉਂਕਿ ਰੱਬੀ ਪਿਆਰੇ ਉਹਦੇ ਤੇ ਵਿਸ਼ਵਾਸ ਨਹੀਂ ਕਰਦੇ। ਇੱਕ ਮੈਂ ਇੱਥੇ ਬਚਨ ਗੁਰੂ ਨਾਨਕ ਸਾਹਿਬ ਦਾ ਹੋਰ ਰੱਖਦਾ ਚੱਲਾਂ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਆਸਾ ਕੀ ਵਾਰ ਦੇ ਵਿੱਚ ਆਪ ਜੀ ਦੀਆਂ ਰਚਨਾਵਾਂ ਤੇ ਬਚਨ ਰਹਿੰਦਾ, ਕਿਉਂਕਿ ਜਦੋਂ ਜਨੇਊ ਪਾਇਆ ਜਾਂਦਾ ਨਾ, ਤੇ ਜਨੇਊ ਪਾਉਣ ਲੱਗਿਆਂ ਇੱਕ ਬੜਾ ਵੱਡਾ ਸਮਾਗਮ ਕੀਤਾ ਜਾਂਦਾ ਵੀ ਅਸੀਂ ਅੱਜ ਜਨੇਊ ਪਾਉਣ ਲੱਗੇ ਜੀ, ਆਪਣੇ ਬੱਚੇ ਨੂੰ ਧਰਮ ਵਿੱਚ ਦਾਖਲ ਕਰਨ ਲੱਗੇ। ਏਦਾਂ ਹੀ ਸਮਾਗਮ ਬਾਬੇ ਨਾਨਕ ਦੇ ਵੇਲੇ ਵੀ ਕੀਤਾ ਗਿਆ, ਪਰ ਗੁਰੂ ਨਾਨਕ ਸਾਹਿਬ ਨੇ ਪ੍ਰਵਾਨ ਕੋਈ ਨਹੀਂ ਕੀਤਾ।
ਸਗੋਂ ਜਿਹੜਾ ਉਹ ਚੱਲ ਕੇ ਪੰਡਤ ਹਰਦਾਸ ਆਇਆ ਸੀ, ਉਹਨੂੰ ਕਿਹਾ ਭਾਈ ਮੈਂ ਤੇਰੇ ਕੋਲੋਂ ਜਨੇਊ ਤੇ ਪਾ ਲਾਂਗਾ, ਪਰ ਮੇਰੀ ਇੱਕ ਸ਼ਰਤ ਹੈ ਵੀ ਜਾਂ ਤੇ ਮੇਰੀ ਮਾਂ ਤੇ ਮੇਰੀ ਭੈਣ ਨੂੰ ਵੀ ਆਹ ਜਨੇਊ ਪਾ ਜਿਹੜਾ ਮੈਨੂੰ ਪਾਉਣ ਲੱਗਾ ਹੈ। ਤੇ ਖਿਆਲ ਕਰਿਓ ਉਹ ਜਨੇਊ ਇਸਤਰੀਆਂ ਨੂੰ ਪਾਉਣ ਦਾ ਹੱਕ ਨਹੀਂ, ਜੋ ਉਹਨਾਂ ਦਾ ਧਰਮ ਕਹਿੰਦਾ। ਬਾਬੇ ਨਾਨਕ ਦੇ ਕਹਿਣ ਤੇ ਉਹਨੇ ਇਨਕਾਰ ਕਰਤਾ ਵੀ ਨਹੀਂ ਜੀ, ਇਹ ਜਨੇਊ ਸਿਰਫ ਮਰਦ ਹੀ ਪਾ ਸਕਦੇ, ਔਰਤ ਨੂੰ ਪਾਉਣ ਦੀ ਇਜਾਜ਼ਤ ਨਹੀਂ ਹੈ, ਧਰਮ ਨਹੀਂ ਮੰਨਦਾ। ਤੇ ਬਾਬਾ ਕਹਿੰਦਾ ਵੀ ਮੈਨੂੰ ਇਦਾਂ ਦਾ ਧਰਮ ਨਹੀਂ ਚਾਹੀਦਾ, ਜਿਸ ਧਰਮ ਨੂੰ ਨਾ ਮੇਰੀ ਮਾਂ ਅਪਣਾ ਸਕੇ ਤੇ ਨਾ ਭੈਣ ਅਪਣਾ ਸਕੇ, ਮੈਨੂੰ ਇਦਾਂ ਦਾ ਧਰਮ ਨਹੀਂ ਚਾਹੀਦਾ। ਤੇ ਉਹ ਬੜੇ ਹੈਰਾਨ ਨੇ ਸਾਰੇ, ਕਿਉਂਕਿ ਇੱਕ ਬੜਾ ਵੱਡਾ ਸਮਾਗਮ ਉਲੀਕਿਆ ਹੋਇਆ। ਬਾਪੂ ਨੇ, ਪਿਤਾ ਨੇ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਕੀਤੇ ਹੋਏ, ਉਧਰੋਂ ਸਾਰੇ ਉੱਚੇ ਉੱਚੇ ਆਸ ਪੜੋਸ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਸੱਦਿਆ ਹੋਇਆ, ਬੜਾ ਇਕੱਠ ਹੋਇਆ। ਤੇ ਬਾਬਾ ਨਾਨਕ ਉੱਥੇ ਬੈਠਾ ਕਹਿ ਰਿਹਾ ਵੀ ਮੈਂ ਨਹੀਂ ਪਾਉਣਾ ਜਨੇਊ। ਤੇ ਫਿਰ ਨਾਲ ਸਤਿਗੁਰੂ ਨੇ ਇਹ ਕਹਿਤਾ, ਕਹਿੰਦੇ ਚੱਲ ਜੇ ਆਹ ਜਨੇਊ ਨਹੀਂ ਨਾ ਤੂੰ ਮੈਨੂੰ ਪਾਉਣਾ, ਕਿਉਂਕਿ ਤੂੰ ਮੇਰੀ ਮਾਂ ਤੇ ਮੇਰੀ ਭੈਣ ਨੂੰ ਪਾਉਣ ਤੋਂ ਇਨਕਾਰ ਕਰ ਰਿਹਾ ਤੇ ਮੈਂ ਵੀ ਨਹੀਂ ਪਾਉਣਾ, ਤੇ ਤੂੰ ਏਦਾਂ ਕਰ, ਜੇ ਤੇਰੇ ਕੋਲ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ, ਤੇਰੇ ਕੋਲ ਆ ਹੈ ਤੇ ਦੇ ਦੇ ਭਾਈ, ਕਿਉਂਕਿ ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋਗਲ ਚੱਲੇ ਪਾਏ। ਜਿਹੜਾ ਤੂੰ ਪਾਉਣ ਲੱਗਾ ਚੌਕੜ ਮੁੱਲ ਅਨਾਇਆ ਬਹਿ ਚੌਂਕੇ ਪਾਇਆ, ਤੂੰ 4 ਕੌਡੀਆਂ ਦੇ ਧਾਗੇ ਖਰੀਦ ਕੇ ਕਹਿਣਾ ਵੀ ਆ ਲੈ ਭਾਈ, ਜਜ਼ਮਾਨ ਦੇ ਚੌਂਕੇ ਤੇ ਬਹਿ ਕੇ ਕਹਿਣਾ ਮੈਂ ਤੈਨੂੰ ਜਨੇਊ ਪਾਉਣ ਆਇਆ। ਬਾਬਾ ਕਬੀਰ ਜੀ ਕਹਿੰਦੇ ਜਨੇਊ ਪਾ ਕੇ ਮੁੜ ਕੇ ਕੰਨ 'ਚ ਫੂਕ ਵੀ ਮਾਰ ਦੇਣੀ, ਗੁਰੂ ਨਾਨਕ ਸਾਹਿਬ ਕਹਿੰਦੇ ਮੁੜ ਕੇ ਕੰਨ 'ਚ ਫੂਕ ਵੀ ਮਾਰ ਦੇਣੀ, ਸਿੱਖਾ ਕੰਨ ਚੜਾਈਆ ਗੁਰ ਬਾਹਮਣ ਥੀਆ, ਵੀ ਫਿਰ ਤੂੰ ਇਹ ਵੀ ਕੰਨ 'ਚ ਫੂਕ ਮਾਰ ਕੇ ਕਹਿ ਦੇਣਾ ਅੱਜ ਤੋਂ ਬਾਅਦ ਤੇਰਾ ਗੁਰੂ ਬ੍ਰਾਹਮਣ ਹੋਇਆ, ਇਹ ਵੀ ਕਹਿ ਦੇਣਾ ਤੂੰ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਇਦਾਂ ਦਾ ਤੇ ਨਹੀਂ ਚਾਹੀਦਾ ਮੈਨੂੰ, 4 ਕੌਡੀਆਂ ਦਾ ਦੇਣ ਲੱਗਾ ਹੈ, ਤੇ ਜਿਹੜਾ 4 ਕੌਡੀਆਂ ਦਾ ਇਹਨੇ ਟੁੱਟ ਵੀ ਜਾਣਾ, ਇਹਨੇ ਮੈਲਾ ਵੀ ਹੋ ਜਾਣਾ, ਤੇ ਜਦੋਂ ਇਨਸਾਨ ਮਰੇਗਾ ਉਹ ਮੂਆ ਉਹ ਝੜ ਗਿਆ ਵੇ ਤੱਗਾ ਗਿਆ ਭਾਈ, ਇਨਸਾਨ ਤੇ ਫਿਰ ਜੱਤ ਉਹਦੇ ਤੋਂ ਜਨੇਊ ਤੋਂ ਬਿਨਾਂ ਹੀ ਜਾ ਰਹੇ ਹਨ। ਜਿਹੜਾ ਜਨੇਊ ਤੈਨੂੰ ਮੈਂ ਕਹਿ ਰਿਹਾ ਇਹ ਦੇ ਜੇ ਹੈ, ਇਨਕਾਰੀ ਹੋ ਗਿਆ, ਉਹ ਇਨਕਾਰੀ ਹੁੰਦਾ ਤੇ ਬਾਬੇ ਨਾਨਕ ਦੇ ਚਰਨਾਂ ਨੂੰ ਵੀ ਪਕੜਦਾ ਵੀ ਮੈਂ ਤੇ ਅੱਜ ਤੱਕ ਆਹੀ ਕੁਝ ਕਰਦਾ ਰਿਹਾ। ਤੇ ਆ ਪਹਿਲਾ ਬੰਦਾ ਹੈ, ਪਹਿਲਾ ਬਾਲਕ ਹੈ, ਪਹਿਲਾ ਇਨਸਾਨ ਹੈ ਜਿਹਨੇ ਮੈਨੂੰ ਦੱਸਿਆ ਵੀ ਜਨੇਊ ਹੁੰਦਾ ਕੀ ਹੈ, ਅਸਲ ਵਿੱਚ ਕਿਉਂ ਜਨੇਊ ਪਾਈਦਾ। ਮੈਂ ਤੇ ਅੱਜ ਤੱਕ ਧਾਗਾ ਹੀ ਵੱਟ ਵੱਟ ਪਾਉਂਦਾ ਰਿਹਾ, ਵੱਟ ਧਾਗਾ ਅਵਰਾਂ ਕੱਤੈ, ਹੋਰਾਂ ਨੂੰ ਘੱਤਦਾ ਰਿਹਾ, ਹੋਰਾਂ ਨੂੰ ਪਾਉਂਦਾ ਰਿਹਾ, ਧਾਗੇ ਵੱਟ ਵੱਟ ਕੇ। ਕਿਉਂਕਿ ਜਦੋਂ ਤੱਕ ਅਸੀਂ ਨਹੀਂ ਨਾ ਪ੍ਰਵਾਨਗੀ ਲੈਂਦੇ, ਭਾਵ ਅਸੀਂ ਖੁਦ ਮੰਨ ਨਹੀਂ ਲੈਂਦੇ, ਉਦੋਂ ਤੱਕ ਸਾਡੇ ਨਾਲ ਕੋਈ ਕਿਸੇ ਪ੍ਰਕਾਰ ਧਰਮ ਦੇ ਨਾਮ ਉੱਤੇ ਜ਼ਬਰੀ ਨਹੀਂ ਹੋ ਸਕਦੀ, ਜਿੰਨਾ ਚਿਰ ਅਸੀਂ ਨਹੀਂ ਮੰਨ ਲੈਂਦੇ। ਜੇ ਧਰਮ ਦੇ ਨਾਮ ਉੱਤੇ ਜ਼ਬਰਦਸਤੀ ਹੋਣੀ ਹੁੰਦੀ ਨਾ, ਜਾਂ ਜ਼ਬਰਦਸਤੀ ਧਰਮ ਥੋਪਿਆ ਜਾਣਾ ਹੁੰਦਾ, ਤੇ ਥੋਪਣ ਵਾਲਿਆਂ ਨੇ ਯਤਨ ਬਹੁਤ ਕੀਤੇ, ਬੜੀ ਕੋਸ਼ਿਸ਼ ਕੀਤੀ ਵੀ ਅਸੀਂ ਇਹਨਾਂ ਨੂੰ ਧਰਮ ਥੋਪ ਕੇ ਤੇ ਇਹਨਾਂ ਨੂੰ ਕਹੀਏ ਵੀ ਆਹ ਧਰਮ ਅਪਣਾ ਲਓ, ਪਰ ਸ਼ਹਾਦਤਾਂ ਦੇ ਜਾਮ ਤੇ ਪੀ ਲਏ, ਸਾਡੇ ਧਰਮ ਨੂੰ ਨਹੀਂ ਕੋਈ ਤਬਦੀਲ ਕਰਵਾ ਸਕਿਆ, ਕਿਉਂਕਿ ਅਸੀਂ ਹਿਰਦੇ ਕਰਕੇ ਧਰਮ ਕਮਾਇਆ। ਤੇ ਇਉਂ ਕਹਿ ਸਕਦੇ ਹਾਂ ਵੀ ਅਸੀਂ ਆਪ ਤਿਆਰ ਨਹੀਂ ਹੋਏ ਆਪਣਾ ਧਰਮ ਛੱਡਣ ਲਈ, ਦੂਜਾ ਸਾਡਾ ਧਰਮ ਛਡਵਾ ਨਹੀਂ ਸਕਿਆ। ਇਹ ਛੱਡ ਦਿਓ, ਜੀ ਕਿਸੇ ਨੇ ਪੈਸੇ ਦਾ ਲਾਲਚ ਦਿੱਤਾ ਬੰਦਾ ਧਰਮ ਛੱਡ ਗਿਆ, ਕਿਸੇ ਨੇ ਧਨ ਦਾ ਲਾਲਚ ਦਿੱਤਾ ਬੰਦਾ ਧਰਮ ਛੱਡ ਗਿਆ, ਕਿਸੇ ਨੇ ਡਰਾਵੇ ਦਿੱਤੇ ਤੇਰੇ ਪਰਿਵਾਰ ਨੂੰ ਮਾਰ ਦਿਆਂਗੇ ਬੰਦਾ ਤਾਂ ਧਰਮ ਛੱਡ ਗਿਆ। ਜੀ ਮਜਬੂਰੀ ਸੀ ਸੱਜਣਾ, ਮਜਬੂਰੀ ਰਹਿ ਗਈ ਇੱਕ ਪਾਸੇ। ਇਹ ਮੰਨ ਲਾ ਵੀ ਤੂੰ ਆਪਣੇ ਹਿਰਦੇ ਕਰਕੇ ਧਰਮ ਕਮਾਇਆ ਹੀ ਨਹੀਂ ਸੀ। ਜੇ ਤੂੰ ਕਿਤੇ ਹਿਰਦੇ ਕਰਕੇ ਧਰਮ ਕਮਾ ਲੈਂਦਾ ਨਾ, ਤੇ ਇਤਿਹਾਸ ਦੇ ਪੰਨੇ ਅੱਜ ਵੀ ਗਵਾਹ ਨੇ, ਅੱਜ ਵੀ ਇਤਿਹਾਸ ਬਣ ਜਾਂਦਾ, ਅੱਜ ਵੀ ਇੱਕ ਨਵਾਂ ਇਤਿਹਾਸ ਸਿਰਜਿਆ ਜਾਂਦਾ ਕਿ ਧਰਮ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਤੇ ਹੋਈ, ਲਾਲਚ ਵੀ ਦਿੱਤੇ ਗਏ, ਡਰਾਵੇ ਵੀ ਦਿੱਤੇ ਗਏ,
ਪਰ ਬੰਦਾ ਧਰਮ ਨਹੀਂ ਛੱਡਿਆ ਜੀ। ਬੰਦਾ ਮੌਤ ਪ੍ਰਵਾਨ ਕਰ ਗਿਆ। ਅੱਜ ਵੀ ਇਤਿਹਾਸ ਲਿਖਿਆ ਜਾਂਦਾ ਪਰ ਨਹੀਂ ਲਿਖਿਆ ਜਾ ਰਿਹਾ। ਕਾਰਨ ਬੰਦਾ ਅੱਜ ਹਿਰਦੇ ਕਰਕੇ ਧਰਮ ਕਮਾਉਣ ਨੂੰ ਤਿਆਰ ਹੀ ਨਹੀਂ ਹੈ। ਅੱਜ ਦੇ ਸਮੇਂ ਵਿੱਚ ਇਨਸਾਨ ਨੂੰ ਜਿੰਨਾ ਧਰਮ ਦੇ ਨਾਮ ਉੱਤੇ ਆਪਾਂ ਭਰਮ ਚ ਪਾਲਾਂਗੇ, ਬੰਦਾ ਓਨਾ ਹੀ ਕਹਿੰਦਾ ਵੀ ਆ ਬੜਾ ਵੱਡਾ ਧਰਮੀ ਹੈ, ਇਹਨੇ ਮੈਨੂੰ ਦੱਸਿਆ ਧਰਮ ਕਿਦਾਂ ਕਮਾਈਦਾ। ਤੇ ਜਿੱਡਾ ਸਿੱਧਾ ਜਿਹਾ ਮਾਰਗ ਦੱਸਾਂਗੇ ਨਾ, ਜਿਵੇਂ ਉਹ ਇੱਕ ਸੌਖੀ ਜੀ ਉਦਾਹਰਨ ਰੱਖਦੇ ਆ ਵੀ ਡਾਕਟਰ ਕੋਲ ਗਏ, ਰੋਗੀ ਸੀ ਬੰਦਾ, ਤੇ ਡਾਕਟਰ ਦੇ ਕੋਲ ਜਾ ਕੇ ਤੇ ਦਵਾਈ ਲਈ ਤੇ ਡਾਕਟਰ ਦੀ ਫੀਸ ਪੁੱਛੀ, ਕਹਿੰਦਾ ਇਦਾਂ ਕਰ 10 ਰੁਪਏ ਦੇ ਜਾ। ਉਹ ਦਵਾਈ ਉਹਨੇ ਬੜੀ ਵਧੀਆ ਦਿੱਤੀ, 10 ਰੁਪਏ ਲਾਏ ਸਨ, ਲਿਆ ਕੇ ਘਰੇ ਸੁੱਟਦੀ। 10 ਰੁਪਈਆਂ ਵਾਲੀ ਨਾਲ ਕੀ ਆਰਾਮ ਆਉਣਾ, ਮੈਂ ਤੇ ਹਜ਼ਾਰਾਂ ਵਾਲੀ ਖਾ ਲਈ, ਇਹਦੇ ਨਾਲ ਆਰਾਮ ਕੋਈ ਨਹੀਂ ਹੋਣਾ। ਉਹ ਪਾਸੇ ਰੱਖਤੀ ਇੱਕ ਵੀ ਇਹ ਡਾਕਟਰ ਵਧੀਆ ਨਹੀਂ। ਤੇ ਹੁਣ ਦੂਜੇ ਕੋਲ ਗਿਆ, ਉਹਨੇ ਜਾਂਦਿਆਂ ਨੇ ਦਵਾਈ ਉਹੀ ਦਿੱਤੀ, ਮੈਡੀਸਿਨ ਉਹੀ ਦਿੱਤੀ। ਉਹ ਮੈਡੀਸਿਨ ਦੇ ਵਿੱਚ ਸਾਲਟ ਵੀ ਉਹੀ ਹੈ, ਬਸ ਉੱਪਰ ਰੈਪਰ ਚੇਂਜ ਹੋ ਗਿਆ, ਨਾਮ ਚੇਂਜ ਹੋ ਗਿਆ। ਉਹ ਕਹਿੰਦਾ ਲਿਆ ਸੱਜਣਾ ਦੇ 1500 ਰੁਪਈਆ ਦੇਤਾ। ਉਹ ਦਵਾਈ ਘਰੇ ਆ ਕੇ ਖਾਈ ਜਾਂਦਾ ਹੈ। 1500 ਵਾਲਾ ਜ਼ਿਆਦਾ ਵਧੀਆ ਡਾਕਟਰ ਹੈ, 10 ਰੁਪਏ ਵਾਲਾ ਘੱਟ ਵਧੀਆ। ਬਸ ਆਹੀ ਹਾਲ ਧਰਮ 'ਚ ਬਣਿਆ ਹੋਇਆ ਹੈ। ਜਿਹੜਾ ਤੇ ਜਿੰਨੇ ਵਿੰਗ ਵੱਲ ਪਾਵੇ, ਅਸੀਂ ਕਹਿੰਨੇ ਬੰਦਾ ਬੜਾ ਧਰਮੀ ਤੇ ਇਹਨੂੰ ਧਰਮ ਕਮਾਉਣਾ ਆਉਂਦਾ। ਤੇ ਜਿਹੜਾ ਸਿੱਧਾ ਰਾਹ ਦੱਸ ਦੇ, ਅਸੀਂ ਕਹਿੰਨੇ ਲੈ ਇਹਨੂੰ ਤੇ ਆਪ ਨਹੀਂ ਪਤਾ ਧਰਮ ਕਿੱਦਾਂ ਕਮਾਈਦਾ, ਇਹਨੂੰ ਧਰਮ ਕਮਾਉਣਾ ਨਹੀਂ ਆਉਂਦਾ। ਆਹ ਹਾਲਾਤ ਬਣੇ ਹੋਏ ਅੱਜ ਦੇ ਸਮੇਂ 'ਚ ਸੰਸਾਰ ਦੇ, ਵੀ ਕੋਈ ਜਿੰਨਾ ਵਿੰਗ ਵੱਲ ਪਾ ਕੇ ਸਾਨੂੰ ਦੱਸੇਗਾ ਵੀ ਆਹ ਵੀ ਕੰਮ ਕਰ ਲੋ ਤਾਂ ਵੀ ਤੁਸੀਂ ਧਰਮ ਕਮਾ ਲਓਗੇ, ਇਹਨੂੰ ਇਸ ਤਰੀਕੇ ਨਾਲ ਕਮਾ ਲਓ ਤਾਂ ਵੀ ਧਰਮ ਤੁਹਾਨੂੰ ਕਮਾਉਣਾ ਆ ਜਾਏਗਾ। ਤੇ ਜਿਹੜਾ ਕਹੇ ਸੱਜਣਾ ਛੱਡ, ਐਵੇਂ ਸਰਲ ਜਿਹੀ ਜ਼ਿੰਦਗੀ ਜਿਉਇਆ ਕਰ, ਕੀ ਲੈਣਾ ਇੰਨੇ ਭਰਮ ਭੁਲੇ ਪੈ ਕੇ ਤੇ ਵਿੰਗ ਵੱਲ ਪਾ ਕੇ। ਆ ਬਸ ਸਵੇਰੇ ਉੱਠਿਆ ਕਰ, ਤੜਕੇ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਤੇ ਆਪਣਾ ਜਿਹੜਾ ਰੋਜ਼ਾਨਾ ਦਾ ਜੀਵਨ ਹੈ ਉਹਨੂੰ ਸ਼ੁਰੂ ਕਰ ਲਿਆ ਕਰ, ਕਿਰਤ ਕਰਿਆ ਕਰ। ਸ਼ਾਮਾਂ ਪੈਣ ਤੇ ਫਿਰ ਕਿਤੇ ਅਕਾਲ ਪੁਰਖ ਦਾ ਸ਼ੁਕਰ ਕਰ ਦਿਆ ਕਰ। ਇਦਾਂ ਰਾਹ ਦੱਸਦੇ ਕੋਈ, ਇਹਨੂੰ ਤੇ ਪਤਾ ਹੀ ਨਹੀਂ ਧਰਮ ਕਿੱਦਾਂ ਕਮਾਈਦਾ। ਤੇ ਬਾਬੇ ਕਬੀਰ ਜੀ ਨੇ ਆਖਿਆ, ਕਹਿੰਦੇ ਜਿਹੜਾ ਭਰਮ ਚ ਪਾਉਣ ਵਾਲਾ ਨਾ ਲੋਕਾਂ ਦਾ ਗੁਰੂ ਤੇ ਹੋ ਸਕਦਾ, ਪਰ ਰੱਬ ਦੇ ਪਿਆਰਿਆਂ ਦਾ ਉਹ ਕਦੇ ਗੁਰੂ ਨਹੀਂ ਬਣਿਆ। ਕਿਉਂਕਿ ਉਹ ਰੱਬ ਦੇ ਪਿਆਰੇ ਜਿਹੜੇ ਨੇ ਨਾ, ਉਹਨਾਂ ਨੇ ਰੱਬ ਉੱਤੇ ਭਰੋਸਾ ਕੀਤਾ, ਰੱਬ ਤੇ ਵਿਸ਼ਵਾਸ ਕੀਤਾ। ਉਹਨਾਂ ਨੂੰ ਸੰਸਾਰਕ ਬੰਦੇ ਨਾਲ ਕੋਈ ਬਹੁਤਾ ਲਗਾਵ ਨਹੀਂ। ਐਵੇਂ ਨਹੀਂ ਸੀ ਬਾਬੇ ਕਬੀਰ ਜੀ ਨੇ ਆਖਿਆ, ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਆਪ ਡੁੱਬੇ ਚਾਹੋ ਵੇਦ ਮੈਂ, ਚੇਲੇ ਦੀਏ ਬਹਾਏ। ਆਪ ਤੇ ਡੁੱਬਿਆ ਹੀ ਡੁੱਬਿਆ, ਨਾਲ ਜਿਹੜੇ 4 ਜੁੜੇ ਸਨ ਉਹ ਵੀ ਲੈ ਗਿਆ। ਕਿਉਂਕਿ ਜਗਤ ਦਾ ਗੁਰੂ ਹੈ ਨਾ, ਦੁਨਿਆਵੀ ਲੋਕਾਂ ਨੇ ਭਰੋਸਾ ਕੀਤਾ। ਤੇ ਇਸ ਤਰ੍ਹਾਂ ਦੇ ਮਨੁੱਖਾਂ ਤੇ ਜਿਹੜੇ ਧਰਮ ਦੇ ਨਾਮ ਤੇ ਲੋਕਾਂ ਨੂੰ ਭਰਮ ਸਿਖਾਉਣਾ ਦੱਸਦੇ ਨਾ, ਭਰਮ ਕਮਾਉਣਾ ਦੱਸਦੇ ਨੇ, ਉਹਨਾਂ ਤੇ ਵਿਸ਼ਵਾਸ ਵੀ ਉਹ ਕਰਦਾ, ਭਰੋਸਾ ਵੀ ਉਹ ਕਰਦਾ ਜਿਹੜਾ ਦੁਨੀਆਦਾਰੀ ਵਿੱਚ ਮਸਤ ਹੈ। ਕੰਮ ਹੀ ਬੜਾ ਸੌਖਾ। ਹੁਣ 2 ਪੱਖ ਮੈਂ ਇੱਥੇ ਰੱਖਦਾ ਚੱਲਾਂ। ਇੱਕ ਬੰਦੇ ਨੇ ਕਹਿਣਾ, ਸੱਜਣਾ ਆਪ ਧਾਰਮਿਕ ਗ੍ਰੰਥ ਪੜ੍ਹਿਆ ਕਰ, ਕੁਝ ਸਮਾਂ ਕੱਢ ਵਿਚਾਰ ਕਰਿਆ ਕਰ, ਤੈਨੂੰ ਪਤਾ ਲੱਗ ਜਾਏਗਾ ਤੇਰੇ ਧਰਮ ਦਾ ਗ੍ਰੰਥ ਤੈਨੂੰ ਕੀ ਕਹਿੰਦਾ। ਇੱਕ ਬੰਦਾ ਤੇ ਆਹ ਕਹਿ ਰਿਹਾ। ਹੁਣ ਇੱਕ ਕਹਿ ਰਿਹਾ, ਸੱਜਣਾ ਇਦਾਂ ਕਰ, ਤੈਨੂੰ ਪੜਨ ਦੀ ਲੋੜ ਹੀ ਕੋਈ ਨਹੀਂ, ਤੂੰ ਨਹੀਂ ਪੜਨਾ, ਤੂੰ 4 ਪੈਸੇ ਸਾਡੀ ਜੇਬ 'ਚ ਪਾ, 4 ਕੁ ਦਿਨਾਂ ਬਾਅਦ ਆ ਜੀ, ਤੇਰੇ ਸਾਹਮਣੇ ਭੋਗ ਪਾ ਦੇਾਂਗੇ, ਤੇਰਾ ਕੰਮ ਨਿਬੜ ਜਾਣਾ। ਬੰਦਾ ਕਹਿੰਦਾ ਆਹ ਕੰਮ ਸੌਖਾ ਹੈ, ਮੇਰਾ ਕੀ ਹੈ ਵੀ ਆਹ ਤੇ ਬੜਾ ਸੌਖਾ ਕੰਮ, ਨਾ ਮੈਨੂੰ ਆਉਣ ਦੀ ਲੋੜ, ਨਾ ਮੈਨੂੰ ਬਹਿਣ ਦੀ ਲੋੜ, ਨਾ ਕੋਈ ਸਿਰਦਰਦੀ ਲੈਣ ਦੀ ਲੋੜ। ਇਹ ਆਵਾਂਗਾ 4 ਦਿਨਾਂ ਬਾਅਦ ਆ ਕੇ ਇੱਥੇ ਬੈਠਾਂਗਾ, ਅਗਲੇ ਨੇ ਧਾਰਮਿਕ ਗ੍ਰੰਥ ਮੈਨੂੰ ਆਪੇ ਭੋਗ ਸੁਣਾ ਦੇਣਾ, ਆਪੇ ਇਹਨੇ ਮੈਨੂੰ ਸਮਾਪਤੀ ਸੁਣਾ ਦੇਣੀ, ਮੇਰਾ ਸਾਰੇ ਦਾ ਸਾਰਾ ਕੰਮ ਸਵਰ ਜਾਣਾ। ਬੰਦਾ ਕਹਿੰਦਾ ਆਹ ਕੰਮ ਸੌਖਾ ਹੈ, ਲੈ 4000 ਰੁਪਈਆ ਲੈ ਲਾ, ਆ 4 ਕੌਡੀਆਂ ਮੇਰੇ ਤੋਂ ਲੈ ਲਾ। ਤੇ ਹੁਣ ਇਦਾਂ ਦੇ ਬੰਦੇ ਨੇ ਤੁਰਨਾ ਵੀ ਤੇ ਉਦਾਂ ਦੇ ਮਗਰ ਹੀ ਹੈ ਨਾ। ਤੇ ਜਿੱਥੇ ਹੁਣ ਜਿੰਨੇ ਕਿਹਾ ਵੀ ਸੱਜਣਾ ਤੂੰ ਆਪ ਪੜ੍ਹ, ਮੈਂ ਤੈਨੂੰ ਨਹੀਂ ਕਹਿੰਦਾ ਤੂੰ ਮੇਰੇ ਕੋਲੋਂ ਪੜ੍ਹਾ, ਮੈਂ ਤੈਨੂੰ ਨਹੀਂ ਕਹਿੰਦਾ ਤੂੰ ਕਿਸੇ ਦੂਜੇ ਕੋਲੋਂ ਜਾ ਕੇ ਪੜ੍ਹਾ ਲਾ, ਮੈਂ ਤੇ ਤੈਨੂੰ ਇਹ ਕਹਿਣਾ, ਸੱਜਣਾ ਆਪਣੇ ਧਰਮ ਦਾ ਗ੍ਰੰਥ ਆਪ ਪੜ੍ਹ,
ਆਪ ਵਿਚਾਰ ਤੇ ਵਿਚਾਰ ਕਰਕੇ ਕੋਸ਼ਿਸ਼ ਕਰ ਤੇਰਾ ਧਰਮ ਕੀ ਕਹਿੰਦਾ ਹੈ, ਤੇਰਾ ਧਾਰਮਿਕ ਗ੍ਰੰਥ ਕੀ ਕਹਿੰਦਾ, ਤੈਨੂੰ ਸਮਝ ਲੱਗੇ। ਹੁਣ ਜਿਹੜਾ ਬੰਦਾ ਪੜ੍ਹੇਗਾ ਉਹਨੂੰ ਪਤਾ ਲੱਗ ਜਾਣਾ ਵੀ ਐਵੇਂ ਅੱਜ ਤੱਕ ਦੁਨੀਆ ਨੂੰ ਭੁਲੇਖਿਆਂ 'ਚ ਹੀ ਪਾਇਆ ਗਿਆ, ਐਵੇਂ ਮੈਂ ਵੀ ਅੱਜ ਤੱਕ ਭਰਮ 'ਚ ਹੀ ਤੁਰਿਆ ਫਿਰਿਆ, ਮੈਨੂੰ ਤੇ ਮੇਰਾ ਧਾਰਮਿਕ ਗ੍ਰੰਥ ਆਹ ਮਾਰਗ ਦੱਸ ਰਿਹਾ। ਜਦੋਂ ਪਤਾ ਲੱਗੇਗਾ, ਸੁਭਾਵਿਕ ਜਿਹੀ ਗੱਲ ਹੈ, ਉਹ ਕਦੇ ਭਰਮ ਨਹੀਂ ਕਮਾਏਗਾ। ਫਿਰ ਧਰਮ ਦੇ ਨਾਮ ਉੱਤੇ ਠੱਗੀਆਂ ਤੇ ਠੋਰੀਆਂ ਕਰਨ ਵਾਲੇ ਆਪੇ ਠੱਲੇ ਜਾਣਗੇ। ਪਰ ਅੱਜ ਧਰਮ ਦੇ ਨਾਮ ਉੱਤੇ ਲੁੱਟਣ ਵਾਲਿਆਂ ਦੀ ਗਿਣਤੀ ਤਾਦਾਦ ਵੱਧ ਕਿਉਂ ਰਹੀ ਹੈ? ਆ ਕਾਰਨ ਹੈ, ਲੋਕ ਉਹਨਾਂ ਮਗਰ ਲੱਗ ਰਹੇ ਨੇ। ਜੇ ਮਗਰ ਲੱਗ ਰਹੇ ਨੇ, ਅਗਲਿਆਂ ਨੂੰ ਲੋਕਾਂ ਕੋਲੋਂ ਕੁਝ ਮਿਲ ਰਿਹਾ ਹੈ, ਤੇ ਤਾਂ ਕਰਕੇ ਅਗਲੇ ਲੋਕਾਂ ਨੂੰ ਭਰਮ ਵਿੱਚ ਪਾ ਰਹੇ, ਲੋਕ ਪੈ ਰਹੇ ਨੇ। ਬਾਬੇ ਨਾਨਕ ਨੇ ਤੇ ਸਿੱਧਾ ਸਾਦਾ ਮਾਰਗ ਦੱਸਿਆ ਸੀ, ਸੱਜਣਾ ਆਹ ਹੀ ਧਰਮ ਕਮਾਉਣ ਦੀ ਜਾਚ, ਜੇ ਸਿੱਖ ਲੇਗਾ ਤੇ ਸੱਜਣਾ ਧਰਮੀ ਬਣ ਜਾਏਗਾ। ਤੇ ਇੱਕ ਮੈਂ ਛੋਟਾ ਜਿਹਾ ਪੱਖ, ਖਿਮਾ ਕਰਿਓ ਮੈਂ ਬਚਨ ਵਰਤਨ ਲੱਗਿਆ, ਬਾਬੇ ਨਾਨਕ ਮਗਰ ਸੰਸਾਰ ਦਾ ਇੱਕ ਇੱਕ ਬੰਦਾ ਤੁਰ ਪਿਆ ਗੁਰੂ ਨਾਨਕ ਸਾਹਿਬ ਦੀ ਵਿਚਾਰ ਸੁਣ ਕੇ। ਗੁਰੂ ਨਾਨਕ ਸਾਹਿਬ ਜੋ ਚਾਹੁੰਦੇ ਕਰਵਾ ਲੈਂਦੇ। ਗੁਰੂ ਨਾਨਕ ਸਾਹਿਬ ਦੁਨੀਆ ਨੂੰ ਜਿੰਨਾ ਚਾਹੁੰਦੇ ਭਰਮ 'ਚ ਪਾ ਲੈਂਦੇ। ਪਰ ਬਾਬੇ ਨਾਨਕ ਨੇ ਭਰਮ 'ਚ ਨਹੀਂ ਪਾਇਆ। ਬਾਬੇ ਨਾਨਕ ਨੇ ਭਰਮ 'ਚ ਪਿਆ ਹੋਇਆਂ ਨੂੰ ਕੱਢਿਆ ਵੀ ਮੈਂ ਤੁਹਾਨੂੰ ਭਰਮ 'ਚ ਪਾਉਣ ਨਹੀਂ ਆਇਆ। ਬਾਬੇ ਨਾਨਕ ਦੇ ਘਰ ਨੇ ਤੇ ਦੁਨੀਆ ਦੇ ਲੋਕਾਂ ਨੂੰ ਆਹ ਸਿਧਾਂਤ ਦਿੱਤਾ ਸੀ, ਉਹ ਦੁਨੀਆ ਦੇ ਲੋਕੋ ਕਿਉਂ ਐਵੇਂ ਵੱਖਰੇ ਵੱਖਰੇ ਪਾਸੇ ਤੁਰੇ ਜੇ? ਜੇ ਧਰਮ ਕਮਾਉਣਾ, ਬਸ ਆ ਦੋ ਕੰਮ ਕਰਨੇ ਸਿੱਖ ਲਓ, ਹਰ ਕੋ ਨਾਮ ਜਪ, ਨਿਰਮਲ ਕਰਮ, ਰੱਬ ਨੂੰ ਚੇਤੇ ਕਰਿਆ ਕਰੋ, ਭਲੇ ਕੰਮ ਕਰਿਆ ਕਰੋ। ਤੁਹਾਡੇ ਵਰਗਾ ਧਰਮੀ ਦੁਨੀਆ ਤੇ ਕੋਈ ਨਹੀਂ। ਤੇ ਇਨਸਾਨ ਕੀ ਕਰ ਰਿਹਾ? ਨਿਰਮਲ ਕੰਮ ਕਰਨੇ ਕੋਈ ਨਹੀਂ, ਰੱਬ ਨੂੰ ਜਪਣਾ ਕੋਈ ਨਹੀਂ, ਰੱਬ ਨੂੰ ਜਪਾ ਵੀ ਕਿਸੇ ਹੋਰ ਕੋਲ ਹੀ ਲੈਣਾ ਤੇ ਨਿਰਮਲ ਕੰਮਾਂ ਵਾਲੇ ਪਾਸੇ ਤੋਂ ਹੱਥ ਖੜੇ ਕਰ ਜਾਣੇ ਤੇ ਫਿਰ ਕਹਿਣਾ ਅਸੀਂ ਧਰਮੀ ਹੁੰਨੇ ਆ। ਤੇ ਕੀ ਗੁਰੂ ਨਾਨਕ ਦੀਆਂ ਨਜ਼ਰਾਂ 'ਚ ਪਰਵਾਨੇ ਜਾਵਾਂਗੇ? ਤੇ ਗੁਰੂ ਨਾਨਕ ਸਾਹਿਬ ਅੱਜ ਕਹਿੰਦੇ, ਬਾਹਮਣ ਗੁਰੂ ਹੈ ਜਗਤ, ਭਗਤ ਕਬੀਰ ਸਾਹਿਬ, ਬਾਹਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਉਹ ਧਰਮੀ ਬੰਦਾ ਜਿਹੜਾ ਆਪਣੇ ਆਪ ਨੂੰ ਅਖਵਾਰਿਆ, ਉਹ ਭਗਤ ਦਾ ਗੁਰੂ ਤੇ ਨਹੀਂ, ਦੁਨੀਆ ਵਾਲਿਆਂ ਦਾ ਗੁਰੂ, ਦੁਨਿਆਵੀ ਸੰਸਾਰਕ ਬਿਰਤੀ ਵਾਲਿਆਂ ਦਾ ਗੁਰੂ ਤੇ ਹੋ ਸਕਦਾ ਹੈ। ਉਹਦੇ ਅੱਗੇ ਉਹ ਨਿਭ ਸਕਦੇ ਨੇ, ਪਰ ਰੱਬੀ ਪਿਆਰੇ ਜਿਹੜੇ ਨਾ, ਉਹ ਉਹਦੇ ਅੱਗੇ ਨਹੀਂ ਨਿਭਦੇ, ਕਿਉਂਕਿ ਉਹ ਜਿਹੜਾ ਦੁਨੀਆ ਦਾ ਗੁਰੂ ਬਣ ਕੇ ਬੈਠਾ ਨਾ, ਅਰਜ ਉਰਜ ਕੈ ਪਚ ਮੂਆ, ਉਹ ਵਿਚਾਰਾ ਆਪ ਹੀ ਨਹੀਂ, ਉਹਨੂੰ ਅਜੇ ਤੱਕ ਪਤਾ ਲੱਗਾ ਵੀ ਧਾਰਮਿਕ ਗ੍ਰੰਥ ਕਹਿ ਕੀ ਰਹੇ। ਅਰਜ ਉਰਜ ਕੈ ਪਚ ਮੂਆ, ਉਲਝਿਆ ਹੋਇਆ ਨਾ, ਉਹਨਾਂ ਦੇ ਵਿੱਚ ਹੀ ਫਸਿਆ ਹੋਇਆ। ਫਸਣ ਤੋਂ ਭਾਵ ਵੀ ਗਿਆਨ ਉਹਨੇ ਦੇ ਕੋਲ ਹੈ, ਪਰ ਉਹ ਗਿਆਨ ਨਾ ਉਹਦੇ ਹੰਕਾਰ 'ਚ ਹੀ ਉਹ ਖੁਆਰ ਹੋਇਆ ਪਿਆ, ਉਹਦੇ ਹੰਕਾਰ 'ਚ ਹੀ ਮਸਤ ਹੋਇਆ ਪਿਆ, ਅਰਜਿਆ ਪਿਆ, ਉਲਝਿਆ ਪਿਆ। ਉਹ ਗਿਆਨ ਤੇ ਹੈ, ਪਰ ਗਿਆਨ ਦੇ ਵਿੱਚ ਹੀ ਉਲਝਿਆ ਪਿਆ। ਪਚ ਮੂਆ, ਪਚ ਕੇ ਫਸ ਕੇ ਮਰ ਗਿਆ ਉਹ। ਚਾਰੋਂ ਵੇਦੋਂ ਮਾਹੀ, ਬਸ ਇਹਨਾਂ ਚਾਰ ਗਿਆਨਾਂ ਦੇ, ਚਾਰ ਗਿਆਨ ਦੇ ਅੱਖਰਾਂ ਵਿੱਚ ਹੀ ਫਸ ਕੇ ਮਰ ਗਿਆ ਉਹ। ਤੇ ਇੱਥੇ ਕਹਿ ਸਕਦੇ ਆ, ਜਿਹਨੂੰ ਚਾਰ ਅੱਖਰ ਗਿਆਨ ਦੇ ਆ ਜਾਂਦੇ ਨੇ ਨਾ, ਉਹਦੇ ਤੁਰਨ ਦਾ ਤਰੀਕਾ ਹੀ ਬਦਲ ਜਾਂਦਾ ਹੈ। ਵੀ ਮੇਰੇ ਵਰਗਾ ਗਿਆਨੀ ਕਿੱਥੇ ਹੈ? ਤੇ ਜਦੋਂ ਬਾਬੇ ਦੀ ਬਾਣੀ ਪੜ੍ਹਦੇ ਆ, ਫਿਰ ਸਮਝ ਆਉਂਦੀ ਵੀ ਦੁਨੀਆ ਤੇ ਗਿਆਨੀ ਤੇ ਬਹੁਤ ਨੇ, ਜੱਗ ਕਊਆ ਮੁਖ ਚੁੰਚ ਗਿਆਨ, ਸਾਰੇ ਚੁੰਝਾਂ ਦਾ ਗਿਆਨ ਤੇ ਲਈ ਫਿਰਦੇ ਨੇ। ਪਰ ਉਹ ਗਿਆਨ ਨੂੰ ਸੰਭਾਲ ਲੈਣਾ ਇੱਕ ਬੜੀ ਵੱਡੀ ਬਖਸ਼ਿਸ਼ ਹੈ। ਤੇ ਅਕਸਰ ਮੈਂ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਕਰਿਆ ਕਰਦਾ, ਗਿਆਨ ਇਕੱਠਾ ਕਰਨਾ ਕੋਈ ਮੁਸ਼ਕਲ ਨਹੀਂ ਹੈ, ਕੋਈ ਔਖਾ ਨਹੀਂ ਗਿਆਨ ਨੂੰ ਇਕੱਠਿਆਂ ਕਰਨਾ। ਚਾਰ ਅੱਖਰ ਇਸ ਪਾਸਿਓਂ ਪੜ੍ਹੋ, ਚਾਰ ਇਸ ਪਾਸਿਓਂ ਪੜ੍ਹੋ, ਚਾਰ ਕਿਤਾਬਾਂ ਕੋਈ ਪੜ੍ਹੋ, ਚਾਰ ਕੋਈ ਪੜ੍ਹੋ, ਬੰਦਾ ਗਿਆਨਵਾਨ ਹੈ। ਪਰ ਹੁਣ ਉਹ ਚਾਰ ਕਿਤਾਬਾਂ ਪੜ੍ਹ ਕੇ ਆਪਣੇ ਆਪ ਨੂੰ ਉਸੇ ਤਰ੍ਹਾਂ ਦਾ ਰੱਖਣਾ ਜਿੱਦਾਂ ਚਾਰ ਪੜ੍ਹਨ ਤੋਂ ਪਹਿਲਾਂ ਸੀ, ਇਹ ਬਹੁਤ ਔਖਾ ਜੇ। ਜਿੰਨਾ ਚਿਰ ਤੇ ਕੋਈ ਗਿਆਨ ਦਾ ਅੱਖਰ ਆਉਂਦਾ ਨਹੀਂ ਸੀ, ਉਹਨਾਂ ਚਿਰ ਤੇ ਬੰਦਾ ਬੜੇ ਹੱਥ ਜੋੜ ਕੇ ਨਿਮਾਣਾ ਜਿਹਾ ਹੋਇਆ ਤੁਰਿਆ ਫਿਰਦਾ, ਜੀ ਮੈਨੂੰ ਨਹੀਂ ਕੁਝ ਆਉਂਦਾ, ਤੁਸੀਂ ਦੱਸੋ।
ਤੇ ਜਿੱਦਣ 4 ਪੜ੍ਹ ਲੈਂਦਾ ਉਦਣ ਕਹਿੰਦਾ ਬਸ ਮੈਨੂੰ ਹੀ ਆਉਂਦਾ, ਤੁਸੀਂ ਤੇ ਅੱਜ ਤੱਕ ਪੜ੍ਹਿਆ ਹੀ ਕੁਛ ਨਹੀਂ। ਉਦਣ ਤਰੀਕਾ ਬਦਲ ਗਿਆ। ਚਾਹੀਦਾ ਤੇ ਇਹ ਸੀ ਸੱਜਣਾ, ਗਿਆਨ ਪੜਨ ਤੋਂ ਪਹਿਲਾਂ ਤੇਰੇ ਹੱਥ ਜੁੜੇ ਸਨ, ਤੇ ਜਿੱਦਣ ਗਿਆਨ ਪੜ ਲਿਆ ਉਦਣ ਹੱਥ ਜੁੜਨ ਦੇ ਨਾਲ ਨਾਲ ਤੂੰ ਨਿਭ ਵੀ ਜਾਂਦਾ, ਮੈਨੂੰ ਹੋਰ ਨਿਮਰਤਾ ਦੀ ਦਾਤ ਮਿਲ ਜਾਂਦੀ, ਫਿਰ ਤੇ ਮੰਨਦੇ ਵੀ ਤੂੰ ਗਿਆਨਵਾਨ ਹੈ। ਪਰ ਸੱਜਣਾ ਤੂੰ ਗਿਆਨ ਦੇ ਅੱਖਰ ਪੜ ਕੇ ਨਿਵਣਾ ਤੇ ਕੀ ਸੀ, ਜਿਹੜੇ ਜੁੜੇ ਹੱਥ ਸਨ ਤੂੰ ਤੇ ਉਹ ਵੀ ਜਿਹੜੇ ਖੋਲ ਲਏ ਤੇ ਲੋਕਾਂ ਵੱਲ ਉਂਗਲਾਂ ਕਰਨੀਆਂ ਸ਼ੁਰੂ ਕਰ ਲੀਆਂ ਵੀ ਮੈਨੂੰ ਹੀ ਗਿਆਨ ਹੈ। ਤੁਹਾਨੂੰ ਤੇ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਗਿਆਨ ਕਿਹਨੂੰ ਕਹਿੰਦੇ ਨੇ। ਅਰਜ ਉਰਜ ਕੈ ਪਚ ਮੂਆ ਚਾਰੋਂ ਬੇਦੋਂ ਮਾਹੇ, ਬਸ ਉਹ ਗਿਆਨ ਦੇ 4 ਅੱਖਰਾਂ ਦੇ ਵਿੱਚ ਹੀ ਫਸਿਆ ਹੋਇਆ ਮਰ ਜਾਂਦਾ, ਸਮਝ ਹੀ ਨਹੀਂ ਲੱਗੀ ਅਸਲ ਵਿੱਚ ਧਰਮ ਕੀ ਸੀ, ਕਮਾਉਣਾ ਕਿੱਦਾਂ ਸੀ, ਤੇ ਦੁਨੀਆ ਨੂੰ ਕੇਵਲ ਭਰਮ ਤੇ ਭੁਲੇਖਿਆਂ ਵਿੱਚ ਹੀ ਪਾਉਂਦਾ ਰਿਹਾ। ਹਰ ਹੈ ਖਾਂਡ ਰੇਤ ਮਹਿ ਬਿਖਰੀ, ਹਾਥੀ ਚੁਨੀ ਨਾ ਜਾਏ। ਬਾਬੇ ਕਬੀਰ ਜੀ ਨੇ ਬੜਾ ਪਿਆਰਾ ਫਿਰ ਇੱਕ ਸਿਧਾਂਤ ਬਖਸ਼ਿਆ, ਕਹਿੰਦੇ ਰੱਬ ਨੂੰ ਹਾਸਲ ਕਰਨਾ ਤੇ ਨਿਭ ਕੇ ਚੱਲਣਾ ਪੈਂਦਾ। ਰੱਬ ਨੂੰ ਹਾਸਲ ਕਰਨ ਦੇ ਲਈ ਕਦੇ ਆਕੜ ਕੇ ਤੁਰਿਆ ਜਾਂ ਆਕੜ ਕੇ ਚੱਲਿਆ ਰੱਬ ਨਹੀਂ ਮਿਲਿਆ। ਜਿੰਨਾ ਨਿਭ ਕੇ ਚੱਲੇਗਾ ਸੱਜਣਾ, ਨਿਵੈ ਸੋ ਗੌਰਾ ਹੋਏ, ਜਿੰਨਾ ਨਿਭ ਕੇ ਚੱਲੇਗਾ ਉਨਾ ਹੀ ਭਾਰਾ ਹੋਏਗਾ, ਭਾਵ ਉਨਾ ਹੀ ਚੰਗਾ ਹੋਏਗਾ ਜਿੰਨਾ ਨਿਭ ਕੇ ਚੱਲੇਗਾ। ਹੁਣ ਭਗਤ ਜੀ ਕਹਿੰਦੇ ਰੱਬ ਨੂੰ ਹਾਸਲ ਕਰਨ ਵਾਲੇ ਕਈ ਬੰਦੇ ਤੁਰੇ, ਤੇ ਉਹ ਜਿਹੜੇ ਤੁਰੇ ਸਨ ਨਾ ਉਹਨਾਂ ਦੀ ਗਿਣਤੀ ਵੀ ਬਾਬੇ ਕਬੀਰ ਜੀ ਨੇ ਪਹਿਲਾਂ ਕਰਤੀ। ਜਿਹੇ ਮਾਰਗ ਪੰਡਿਤ ਗਏ ਪਾਸ਼ਾ ਪਰੀ ਬਹੀਰ, ਪਰ ਜਿਹੜਾ ਰੱਬ ਦਾ ਰਾਹ ਸੀ ਉਹ ਫਿਰ ਵੀ ਕਿਸੇ ਨੂੰ ਨਹੀਂ ਮਿਲਿਆ। ਇੱਕ ਔਕਟ ਘਾਟੀ ਰਾਮ ਕੀ ਤੇਹ ਚੜ ਰਹੇ ਹੋ ਕਬੀਰ, ਰੱਬ ਦੇ ਘਰ ਨੂੰ ਜਾਂਦੇ ਰਾਹ ਤੇ ਕੋਈ ਟਾਵਾਂ ਟਾਵਾਂ ਹੀ ਹੈ, ਕੋਈ ਵਿਰਲਾ ਨਜ਼ਰ ਆਉਂਦਾ। ਨਿਭਣਾ ਸਾਰਿਆਂ ਨੂੰ ਔਖਾ ਹੈ, ਆਕੜ ਕੇ ਹਰ ਕੋਈ ਤੁਰਦਾ ਹੈ, ਨਿਭ ਕੇ ਚੱਲਣਾ ਬਹੁਤ ਔਖਾ ਹੈ, ਖਾਸ ਕਰਕੇ ਆਪਣੇ ਤੋਂ ਛੋਟੇ ਅੱਗੇ। ਵੱਡੇ ਅੱਗੇ ਤੇ ਹਰ ਕੋਈ ਨਿਭ ਜਾਂਦਾ, ਭਾਈ ਵੱਡਾ ਹੈ ਇਹਦੇ ਅੱਗੇ ਨਿਭ ਜਾਓ, ਪਰ ਆਪਣੇ ਤੋਂ ਛੋਟੇ ਅੱਗੇ ਕੋਈ ਨਿਭ ਜਾਏ ਇਹ ਬੜਾ ਔਖਾ ਹੈ, ਬੜਾ ਕਠਿਨ ਹੈ। ਆਪਣੇ ਤੋਂ ਅਮੀਰ ਅੱਗੇ ਤੇ ਹਰ ਕੋਈ ਝੁਕ ਜਾਂਦਾ, ਆਪਣੇ ਤੋਂ ਗਿਆਨਵਾਨ ਅੱਗੇ ਹਰ ਕੋਈ ਝੁਕ ਜਾਂਦਾ, ਆਪਣੇ ਤੋਂ ਬਲਵਾਨ ਅੱਗੇ ਹਰ ਕੋਈ ਝੁਕ ਜਾਂਦਾ, ਆਪਣੇ ਤੋਂ ਕਮਜ਼ੋਰ ਅੱਗੇ, ਆਪਣੇ ਤੋਂ ਗਿਆਨ ਕਰਕੇ ਜਿਹੜਾ ਹੀਣਾ ਹੈ ਉਹਦੇ ਅੱਗੇ, ਤੇ ਆਪਣੇ ਤੋਂ ਘੱਟ ਬਲਵਾਨ ਅੱਗੇ ਝੁਕਣਾ ਬੜਾ ਔਖਾ ਹੈ। ਸਗੋਂ ਮੈਂ ਤੇ ਫਾਇਦਾ ਚੁੱਕਦਾ ਉਸ ਗੱਲ ਦਾ, ਜਦੋਂ ਮੈਨੂੰ ਪਤਾ ਲੱਗ ਜੇ ਵੀ ਇਹਦੇ ਕੋਲ ਮੇਰੇ ਨਾਲੋਂ ਬਲ ਘੱਟ ਹੈ, ਮੈਂ ਕਹਿੰਦਾ ਵੀ ਲਓ ਭਾਈ ਮੈਂ ਇਹਦੇ ਨਾਲ ਹੀ ਲੜਨਾ ਹੈ, ਕਿਉਂ ਇਹਦੇ ਕੋਲ ਬਲ ਘੱਟ ਹੈ, ਮੇਰੀ ਜਿੱਤ ਪੱਕੀ। ਜੇ ਕਿਸੇ ਕੋਲ ਮੇਰੇ ਨਾਲੋਂ ਗਿਆਨ ਘੱਟ ਹੈ ਫਿਰ ਮੈਂ ਉਧਰ ਜਾਣਾ ਵੀ ਮੈਂ ਤੇ ਵਿਚਾਰ ਵੀ ਇਹਦੇ ਨਾਲ ਕਰਨੀ, ਜਿਹੜੀਆਂ ਗੱਲਾਂ ਮੈਂ ਕਰ ਲੈਣੀਆਂ ਨੇ ਇਹਨੂੰ ਪਤਾ ਕੋਈ ਨਹੀਂ। ਇਹੋ ਕਾਰਨ ਸੀ ਨਾ ਜਦੋਂ ਬਾਬੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਕੋਲ ਛੱਜੂ ਰਾਮ ਝੀਵਰ ਨੂੰ ਲੈ ਕੇ ਆਉਂਦਾ ਇੱਕ ਬ੍ਰਾਹਮਣ, ਇੱਕ ਬਹੁਤਾ ਜ਼ਿਆਦਾ ਸਿਆਣਾ ਪੰਡਿਤ, ਤੇ ਉਹ ਕਿਉਂ ਲੈ ਕੇ ਆਇਆ ਸੀ? ਜਿਹੜੀਆਂ ਗੱਲਾਂ ਮੈਨੂੰ ਆਉਂਦੀਆਂ ਇਹਨੇ ਤੇ ਕਦੇ ਸੁਣੀਆਂ ਵੀ ਨਹੀਂ ਹੋਣੀਆਂ, ਇਹਨੂੰ ਤੇ ਇਹ ਨਹੀਂ ਪਤਾ ਹੋਣਾ ਵੀ ਵਿਚਾਰ ਕਿੱਦਾਂ ਕਰੀਦੀ, ਤੇ ਲੈ ਕੇ ਵੀ ਉਹ ਆਇਆ ਜਿਹੜਾ ਬੋਲ ਵੀ ਨਹੀਂ ਸਕਦਾ, ਜਿਹੜਾ ਸੁਣ ਵੀ ਨਹੀਂ ਸਕਦਾ, ਜਿਹਨੂੰ ਦੁਨੀਆ ਇਹ ਕਹਿ ਰਹੀ ਹੈ ਵੀ ਇਹ ਮੈਂਟਲੀ ਅਪਸੈਟ ਹੈ, ਉਹਨੂੰ ਫੜ ਲਿਆ ਆ। ਪਰ ਜਦੋਂ ਕਿਤੇ ਕਲਾ ਵਾਪਰ ਜੇ ਨਾ, ਰਹਿਮਤ ਵਾਪਰ ਜੇ, ਤੇ ਉਹ ਗੂੰਗਿਆਂ ਨੂੰ ਵੀ ਬੋਲਣ ਲਾ ਦਿੰਦਾ ਹੈ। ਜਦੋਂ ਕਿਤੇ ਬਖਸ਼ਿਸ਼ ਹੋ ਜਾਏ ਨਾ, ਫਿਰ ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਉਹਦਾ ਕੋਈ ਪਤਾ ਨਹੀਂ ਉਹਨੇ ਕਿਹੜੇ ਮੂਰਖ ਨੂੰ ਚੁੱਕ ਕੇ ਗਿਆਨਵਾਨ ਬਣਾ ਦੇਣਾ ਤੇ ਕਿਹੜੇ ਗਿਆਨਵਾਨ ਨੂੰ ਮੂਰਖਾਂ ਦੀ ਗਿਣਤੀ 'ਚ ਲੈ ਆਉਣਾ, ਕੋਈ ਪਤਾ ਨਹੀਂ ਹੈ। ਇਹ ਉਹਦੀ ਕਲਾ, ਉਹਦੀ ਰਹਿਮਤ ਜਾਂ ਉਹਦੀ ਤਾਕਤ ਕਹਿ ਸਕਦੇ ਆ। ਹੁਣ ਰੱਬ ਦੇ ਨਾਲ ਤੁਰਨ ਵਾਲਾ ਜਿਹੜਾ ਸੀ, ਰੱਬ ਦੇ ਰਾਹ ਤੇ ਤੁਰਨ ਵਾਲਾ, ਚਾਹੀਦਾ ਤੇ ਸੀ ਉਹ ਨਿਭ ਕੇ ਚੱਲਦਾ। ਪਰ ਬਾਬੇ ਕਬੀਰ ਜੀ ਨੇ ਆਖਿਆ, ਕਹਿੰਦੇ ਦੁਨੀਆ ਦਾ ਇੱਕ ਭੁਲੇਖਾ ਸੀ ਵੀ ਰੱਬ ਵੱਡਿਆਂ ਨੂੰ ਹੀ ਮਿਲਦਾ। ਦੁਨੀਆ ਦਾ ਇੱਕ ਭੁਲੇਖਾ ਸੀ ਰੱਬ ਉੱਚਿਆਂ ਨੂੰ ਮਿਲਦਾ।
ਕਿਉਂਕਿ ਚੇਤੇ ਰੱਖਿਓ ਦੁਨੀਆ ਦੇ ਭੁਲੇਖਿਆਂ ਨੂੰ ਬਾਬੇ ਕਬੀਰ ਨੇ ਬਹੁਤ ਜ਼ਿਆਦਾ ਕੰਡੈਮ ਕੀਤਾ। ਜੇ ਦੁਨੀਆ 'ਚ ਇਹ ਭਰਮ ਸੀ ਉੱਚੀਆਂ ਜਾਤੀਆਂ ਵਾਲੇ ਲੋਕ ਰੱਬ ਨੂੰ ਚੇਤੇ ਕਰ ਸਕਦੇ, ਨੀਵੀਆਂ ਵਾਲੇ ਨਹੀਂ। ਤੇ ਉਹ ਜਿਹੜੇ ਉੱਚ ਜਾਤੀਆਂ ਵਾਲੇ ਸੀ ਉਹਨਾਂ ਨੇ ਇਸ ਕਰਕੇ ਹੰਕਾਰ 'ਚ ਆ ਜਾਣਾ ਵੀ ਅਸੀਂ ਉੱਚ ਜਾਤੀ ਦੇ ਆ ਤੇ ਰੱਬ ਸਾਡਾ ਹੀ ਹੈ। ਤੇ ਬਾਬਾ ਜੀ ਨੇ ਬਾਣੀ 'ਚ ਪਤਾ ਇੱਕ ਥਾਂ ਤੇ ਬੜਾ ਪਿਆਰਾ ਆਖਿਆ ਸੀ, ਬਚਨ ਬੜਾ ਪਿਆਰਾ ਕਿਹਾ ਸੀ, ਆਪਨ ਬਾਪੈ ਨਾਹੀਂ ਕਿਸੀ ਕੋ ਭਾਵਨ ਖੋ ਹਰ ਰਾਜਾ। ਰੱਬ ਕਿਸੇ ਦੇ ਬਾਪੂ ਦਾ ਨਹੀਂ ਹੈ, ਸਾਰਿਆਂ ਦਾ ਸਾਂਝਾ ਹੈ ਤੇ ਜਿਹੜਾ ਮਰਜ਼ੀ ਚੇਤੇ ਕਰ ਸਕਦਾ ਤੇ ਜਿਹੜਾ ਮਰਜ਼ੀ ਧਿਆ ਸਕਦਾ। ਉੱਚੀਆਂ ਜਾਤੀਆਂ ਵਾਲਿਆਂ ਨੂੰ ਮਾਣ ਹੋ ਗਿਆ। ਫਿਰ ਬਾਬੇ ਨੇ ਉੱਚੀਆਂ ਜਾਤੀਆਂ ਵਾਲਿਆਂ ਨੂੰ ਸਮਝਾਉਂਦਿਆਂ ਕਿਹਾ, ਕਹਿੰਦੇ ਰੱਬ ਮਿਲਿਆ ਅੱਜ ਤੱਕ? ਸਾਰਿਆਂ ਦੇ ਹੱਥ ਖੜੇ ਸੀ, ਨਹੀਂ ਜੀ ਨਹੀਂ ਮਿਲਿਆ। ਕਿਉਂਕਿ ਭਗਤ ਕਬੀਰ ਸਾਹਿਬ ਖੁਦ ਆਪ ਨੀਵੀਂ ਜਾਤੀ ਦੇ ਜੋ ਸਮਾਜ ਵਿੱਚ ਵੰਡੀਆਂ ਪਾਈਆਂ ਤੇ ਉਹ ਨੀਵੀਂ ਜਾਤੀ ਵਿੱਚ ਰੱਬ ਦੀ ਭਗਤੀ ਕਰਦਿਆਂ ਬਾਬੇ ਕਬੀਰ ਨੇ ਪ੍ਰਤੱਖ ਰੱਬ ਵੇਖ ਲਿਆ, ਪ੍ਰਤੱਖ ਰੱਬ ਨਾਲ ਵਿਚਾਰ ਵੀ ਕਰ ਲਈ, ਮੇਲ ਮਿਲਾਪ ਵੀ ਹੋ ਗਿਆ, ਉਹਦੇ ਨਾਲ ਬੋਲ ਗੱਲਾਂ ਬਾਤਾਂ ਵੀ ਕਰ ਲੀਆਂ, ਨਿਤਾ ਪ੍ਰਤੀ ਬਹਿ ਕੇ ਉਹਦੇ ਨਾਲ ਵਿਚਾਰ ਵੀ ਕਰਦੇ, ਨਿਤਾ ਪ੍ਰਤੀ ਉਹਦੇ ਦਰਸ਼ਨ ਦੀਦਾਰ ਵੀ ਕਰਦੇ। ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਕੋਲ ਰੱਬ ਹੈ। ਤੇ ਜਦੋਂ ਦੁਨੀਆ ਦੇ ਲੋਕਾਂ ਨੇ ਆ ਕੇ ਪੁੱਛਿਆ ਤੇ ਫਿਰ ਬਾਬੇ ਕਬੀਰ ਜੀ ਨੇ ਅੱਗੋਂ ਇਹ ਸਵਾਲ ਕੀਤਾ, ਦੱਸੋ ਭਾਈ ਤੁਸੀਂ ਉੱਚ ਜਾਤੀਆਂ ਦੇ ਮਾਲਕ ਹੋ, ਤੁਹਾਨੂੰ ਅੱਜ ਤੱਕ ਰੱਬ ਮਿਲਿਆ? ਤੇ ਸਾਰਿਆਂ ਨੇ ਹੱਥ ਖੜੇ ਕਰਨੇ ਹੀ ਸੀ ਨਾ ਵੀ ਨਹੀਂ ਮਿਲਿਆ ਅੱਜ ਤੱਕ ਸਾਨੂੰ ਰੱਬ। ਤੇ ਬਾਬੇ ਨੇ ਅੱਗੋਂ ਬਾਬਾ ਕਬੀਰ ਜੀ ਨੇ ਜਵਾਬ ਪਤਾ ਕੀ ਦਿੱਤਾ, ਕਹਿੰਦੇ ਮਿਲਣਾ ਵੀ ਨਹੀਂ। ਤੇ ਉਹਨਾਂ ਅੱਗੋਂ ਫੇਰ ਕਹਿਤਾ ਵੀ ਕਿਉਂ ਨਹੀਂ ਮਿਲਣਾ? ਤੇ ਫਿਰ ਭਗਤ ਕਬੀਰ ਸਾਹਿਬ ਨੇ ਅੱਗੋਂ ਬਚਨ ਆਖੇ ਹੋਣਗੇ ਨਾ, ਹਰ ਹੈ ਖਾਂਡ ਰੇਤ ਮਹਿ ਬਿਖਰੀ ਹਾਥੀ ਚੁਣੀ ਨਾ ਜਾਏ। ਰੱਬ ਤੇ ਮਾਨੋ ਏਦਾਂ ਹੈ ਜਿਵੇਂ ਖੰਡ ਦੇ ਦਾਣੇ ਤੇ ਉੱਤੋਂ ਰੇਤ ਦੇ ਵਿੱਚ ਮਿਕਸ ਹੋਣ। ਤੇ ਹੁਣ ਹਾਥੀ ਨੂੰ ਕਹੀਏ ਵੀ ਵਿੱਚੋਂ ਆ ਖੰਡ ਦੇ ਦਾਣੇ ਕੱਢ ਕੇ ਖਾਲਾ, ਤੇ ਹਾਥੀ ਖਾ ਲੇਗਾ? ਉਹਨੇ ਤੇ ਸਾਰਾ ਕੁਝ ਹੀ ਲਵੇਟ ਕੇ ਮੂੰਹ 'ਚ ਪਾਉਣਾ ਨਾ, ਉਹ ਨਾਲ ਰੇਤਾ ਵੀ ਖਾਧੀ ਜਾਣੀ ਉਹਨੇ। ਖੰਡ ਦੇ 'ਚ 2 ਦਾਣੇ ਜਾਣਗੇ, ਰੇਤਾ ਪਤਾ ਨਹੀਂ ਉਹਨੇ ਕਿੰਨੀ ਖਾ ਲੈਣੀ ਹੈ। ਹਾਥੀ ਚੁਣੀ ਨਾ ਜਾਏ। ਇਸੇ ਤਰ੍ਹਾਂ ਦਾ ਇੱਕ ਸ਼ਬਦ ਬਾਬਾ ਕਬੀਰ ਜੀ ਨੇ, ਪਾਵਨ ਸ਼ਬਦ ਆਪਾਂ ਪੜ੍ਹਦੇ ਆ ਨਾ, ਤਕਰੀਬਨ ਜੇ ਮੈਂ ਨਾ ਭੁੱਲਦਾ ਹੋਵਾਂ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ 972 ਅੰਗ ਹੈ ਜਿੱਥੇ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਦਾ। ਉੱਥੇ ਬਾਬਾ ਕਬੀਰ ਜੀ ਕਹਿੰਦੇ ਹਰ ਹੈ ਖਾਂਡ। ਇੱਥੇ ਅੱਜ ਜ਼ਿਕਰ ਕੀਤਾ ਹਰ ਹੈ ਖਾਂਡ, ਉੱਥੇ ਕਹਿੰਦੇ ਹਰ ਭਇਓ ਖਾਂਡ ਰੇਤ ਮੈਂ ਬਿਖਰੀ ਹਸਤੀ ਚੁਣੀ ਨਾ ਜਾਏ। ਕਹੇ ਕਮੀਰ ਕੁਲ ਜਾਤ ਪਾਤ ਤਜ ਚੀਂਟੀ ਹੋਏ ਚੁਣ ਖਾਏ। ਹਾਥੀ ਕਿੱਦਾਂ ਦੇ ਬਣੇ ਹੋਏ? ਉੱਚੀ ਕੁੱਲ ਦਾ ਮਾਣ ਲੈ ਕੇ ਹਾਥੀ ਬਣਿਆ, ਉੱਚੀ ਜਾਤ ਦਾ ਮਾਣ ਲੈ ਕੇ ਹਾਥੀ ਬਣਿਆ। ਤੇ ਆਪਣੇ ਘਰਾਣੇ ਵੱਲ ਵੇਖ ਵੇਖ ਕੇ ਨਾ, ਆਪਣੇ ਉੱਚੇ ਘਰਾਣੇ ਨੂੰ, ਤੇ ਹਾਥੀ ਬਣਿਆ ਫਿਰਦਾ। ਮਤਲਬ ਹੰਕਾਰ ਦਾ ਹਾਥੀ ਬਣਿਆ ਹੋਇਆ, ਹੰਕਾਰ ਕਰਕੇ ਆਪਣੇ ਆਪ ਨੂੰ ਬੜਾ ਵੱਡਾ ਬਣਾ ਕੇ ਬੈਠਾ। ਤੇ ਬਾਬਾ ਕਬੀਰ ਜੀ ਕਹਿੰਦੇ ਕਹਿ ਕਮੀਰ ਕੁਲ ਜਾਤ ਪਾਤ ਤਜ, ਇਹ ਸਾਰਾ ਕੁਝ ਛੱਡ, ਚੀਂਟੀ ਹੋਏ ਚੁਣ ਖਾਏ। ਜੇ ਚੀਂਟੀ ਬਣ ਜਾਏਗਾ ਨਾ, ਕੀੜੀ ਬਣ ਜਾਏਗਾ, ਤੇ ਫਿਰ ਖਾਣ ਨੂੰ ਤੇ ਖੰਡ ਮਿਲ ਜੇਗੀ। ਪਰ ਜੇ ਹਾਥੀ ਨੂੰ ਕਹੀਏ ਨਾ ਰੇਤ ਚੋਂ ਚੁਣ ਕੇ ਖੰਡ ਖਾਲਾ, ਤੇ ਹਾਥੀ ਕਦੇ ਨਹੀਂ ਖਾ ਸਕਦਾ। ਅੱਜ ਕਹਿ ਰਹੇ ਹਰ ਹੈ ਖਾਂਡ ਰੇਤ ਮੈਂ ਬਿਖਰੀ। ਰੱਬ ਖੰਡ ਵਾਂਗੂ ਰੇਤਾ ਵਿੱਚ ਵਿਖਰਿਆ ਹੋਇਆ, ਰੇਤਾ ਵਿੱਚ ਮਿਕਸ ਹੋਇਆ ਹੋਇਆ। ਤੇ ਹਾਥੀ ਚੁਣੀ ਨਾ ਜਾਏ। ਹਾਥੀ ਜਿੰਨਾ ਮਰਜ਼ੀ ਜ਼ੋਰ ਲਾ ਲੇ, ਕਦੇ ਰੇਤ ਦੇ ਵਿੱਚੋਂ ਉਹ ਖੰਡ ਦੇ ਦਾਣੇ ਚੁੱਕ ਕੇ ਖਾ ਨਹੀਂ ਸਕਦਾ। ਇਸੇ ਤਰ੍ਹਾਂ ਹੰਕਾਰੀ ਬੰਦਾ ਕਦੇ ਨਿਰੰਕਾਰ ਨਾਲ ਆਪਣਾ ਮੇਲ ਨਹੀਂ ਕਰ ਸਕਦਾ। ਕਹਿ ਕਬੀਰ ਗੁਰ ਭਲੀ ਬੁਝਾਈ ਕੀਟੀ ਹੋਏ ਕੈ ਖਾਏ। ਫਿਰ ਬਾਬਾ ਕਬੀਰ ਜੀ ਕਹਿੰਦੇ ਮੈਨੂੰ ਮੇਰੇ ਗੁਰੂ ਨੇ ਇਹ ਸਿੱਖਿਆ ਦਿੱਤੀ, ਇਹ ਗਿਆਨ ਦਿੱਤਾ ਵੀ ਜੇ ਤੂੰ ਰੱਬ ਰੂਪੀ ਖੰਡ ਦੇ ਦਾਣੇ ਖਾਣਾ ਚਾਹੁੰਦਾ ਹੈ
ਜਾਂ ਇਉਂ ਕਹਿ ਲਈਏ ਵੀ ਰੱਬ ਦਾ ਰਸ ਮਾਨਣਾ ਚਾਹੁੰਦਾ ਹੈ, ਸਵਾਦ ਚੱਖਣਾ ਚਾਹੁੰਦਾ ਹੈ, ਤੇ ਇਦਾਂ ਕਰ, ਕੀਟੀ ਹੋਏ ਕਹਿ ਖਾਏ, ਕੀੜੀ ਬਣ ਜਾ ਤੇ ਜਿੰਨੀ ਮਰਜ਼ੀ ਖੰਡ ਖਾਧੀ ਜਾ, ਰੇਤ ਵਿੱਚੋਂ ਵੀ ਕੱਢ ਕੇ ਭਾਵੇਂ ਖਾ ਲਈ, ਕਿਉਂਕਿ ਕੀੜੀ ਨੇ ਤੇ ਦਾਣਾ ਹੀ ਚੁੱਕਣਾ ਨਾ, ਉਹਨੂੰ ਰੇਤ ਨਾਲ ਕੀ ਮਤਲਬ। ਉਹ ਰੇਤ ਦਾ ਉੱਥੇ ਢੇਰ ਪਿਆ ਹੋਵੇ, ਜੇ ਢੇਰ 'ਚ ਇੱਕ ਵੀ ਖੰਡ ਦਾ ਦਾਣਾ ਹੋਇਆ ਨਾ, ਕੀੜੀ ਨੇ ਉਹੀ ਚੁੱਕਣਾ, ਉਹਨੂੰ ਰੇਤ ਨਾਲ ਕੋਈ ਮਤਲਬ ਨਹੀਂ। ਤੇ ਬਾਬਾ ਕਬੀਰ ਜੀ ਕਹਿੰਦੇ ਮੇਰੇ ਗੁਰੂ ਨੇ ਗਿਆਨ ਦਿੱਤਾ, ਕੀੜੀ ਬਣ ਜਾ ਸੱਜਣਾ, ਨੀਵਾਂ ਬਣ ਜਾ, ਮਤਲਬ ਨਿਮਰਤਾ ਲੈ ਆ। ਜਦੋਂ ਨਿਮਰਤਾ ਲੈ ਆਏਗਾ ਫੇਰ ਹੀ ਕਿਤੇ ਜਾ ਕੇ ਰੱਬ ਦੇ ਸਵਾਦ ਨੂੰ, ਰੱਬ ਦੇ ਰਸ ਨੂੰ, ਰੱਬ ਦੇ ਨਾਮ ਨੂੰ, ਰੱਬ ਰੂਪੀ ਖੰਡ ਨੂੰ, ਮਿਠਾਸ ਨੂੰ ਫੇਰ ਹੀ ਚੱਖੇਗਾ, ਜੇ ਕਿਤੇ ਤੈਨੂੰ ਨੀਵਾਂ ਹੋ ਕੇ ਰਹਿਣ ਦੀ ਜਾਚ ਆ ਜਾਏ। ਬਾਬੇ ਨਾਨਕ ਨੇ ਐਵੇਂ ਨਹੀਂ ਸੀ ਆਖਿਆ, ਨੀਚਾਂ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤੱਥੇ ਨਦਰ ਤੇਰੀ ਬਖਸ਼ੀਸ਼। ਰੱਬ ਰਹਿਮਤ ਹੀ ਉੱਥੇ ਵਰਤਾਉਂਦਾ ਜਿੱਥੇ ਨੀਵਿਆਂ ਨੂੰ ਸਾਂਭਿਆ ਜਾਂਦਾ ਹੈ, ਜਿੱਥੇ ਨੀਵਿਆਂ ਦੀ ਸੰਭਾਲ ਕੀਤੀ ਜਾਂਦੀ ਹੈ। ਬਖਸ਼ਿਸ਼ਾਂ ਹੀ ਉੱਥੇ ਨੇ ਜਿੱਥੇ ਬੰਦੇ ਨੂੰ ਨੀਵਾਂ ਬਣ ਕੇ ਰਹਿਣਾ ਆ ਜਾਂਦਾ। ਇੱਕ ਮੈਂ ਤੁਹਾਡੇ ਅੱਗੇ ਸਵਾਲ ਰੱਖਦਾ, ਸੰਸਾਰਕ ਤੌਰ ਤੇ ਵੀ ਚਾਹੇ ਇਸ ਗੱਲ ਨੂੰ ਅਨੁਭਵ ਕਰਕੇ ਵੇਖਿਓ ਕਿ ਅੱਜ ਤੱਕ ਜਿੱਥੇ ਪ੍ਰੇਮ ਨਾ ਹੋਵੇ ਉਸ ਜਗ੍ਹਾ ਤੇ ਆਕੜ ਕਰਕੇ ਕਦੇ ਕੁਝ ਮਿਲਿਆ, ਜਾਂ ਅਸੀਂ ਹੰਕਾਰ ਦੇ ਵਿੱਚ ਆ ਕੇ ਉੱਥੋਂ ਕੁਝ ਲੈ ਕੇ ਆ ਸਕੇ ਹਾਂ। ਮੈਂ ਪਹਿਲੋਂ ਲਫ਼ਜ਼ ਵਰਤਿਆ ਜਿੱਥੇ ਪਿਆਰ ਨਾ ਹੋਵੇ, ਕਿਉਂਕਿ ਜਿੱਥੇ ਪਿਆਰ ਹੈ ਨਾ ਉੱਥੇ ਬੰਦਾ ਆਕੜ ਕੇ ਵੀ ਮੰਗ ਲੈਂਦਾ, ਜਿੱਦ ਕਰਕੇ ਵੀ ਮੰਗ ਲੈਂਦਾ। ਤੇ ਭਗਤ ਸਾਹਿਬਾਨਾਂ ਨੇ ਰੱਬ ਕੋਲੋਂ ਮੰਗਿਆ ਵੀ ਲੈ ਰੱਬਾ ਅਸੀਂ ਮੰਗਦੇ ਹਾਂ ਤੇਰੇ ਤੋਂ, ਕਿਉਂਕਿ ਪ੍ਰੇਮ ਹੈ। ਤੇ ਜਿੱਥੇ ਪ੍ਰੇਮ ਨਹੀਂ ਉੱਥੇ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ ਆਕੜ ਕੇ ਵੀ ਆਹ ਚੀਜ਼ ਦੇ? ਕਦੇ ਵੀ ਨਹੀਂ। ਸਭ ਤੋਂ ਪਹਿਲਾਂ ਤੇ ਅਸੀਂ ਇਹ ਮੰਨਣਾ ਹੀ ਪਏਗਾ ਵੀ ਸਾਡਾ ਤੇ ਰੱਬ 'ਚ ਜੇ ਪ੍ਰੇਮ ਹੈ ਹੀ ਕੋਈ ਨਹੀਂ, ਤੇ ਆਕੜ ਕੇ ਅਸੀਂ ਕੀ ਲੈ ਲਾਂਗੇ ਉਹਦੇ ਕੋਲੋਂ। ਹਾਂ, ਜਿਸ ਦਿਨ ਪ੍ਰੇਮ ਬਣ ਗਿਆ ਇਹ ਵੀ ਖਿਆਲ ਕਰਿਓ, ਉਸ ਦਿਨ ਆਕੜ ਨੂੰ ਦਿਲ ਵੀ ਨਹੀਂ ਕਰਨਾ, ਚਿੱਤ ਵੀ ਨਹੀਂ ਕਰੇਗਾ। ਕਿਉਂ? ਪਤਾ ਰੱਬ ਸਰਵ ਸ਼ਕਤੀਮਾਨ ਹੈ, ਮੈਂ ਉਹਦੇ ਸਾਹਮਣੇ ਹੈ ਹੀ ਕੁਝ ਨਹੀਂ, ਮੇਰੀ ਪਾਇਆ ਹੀ ਕੁਝ ਨਹੀਂ ਉਹਦੇ ਸਾਹਮਣੇ, ਤੇ ਮੈਂ ਉਹਦੇ ਸਾਹਮਣੇ ਆਪਣੇ ਆਪ ਨੂੰ ਵੱਡਾ ਸਾਬਤ ਕਿੱਥੋਂ ਕਰ ਦਾਂਗਾ। ਉਸ ਦਿਨ ਪ੍ਰੇਮ ਦੀ ਬਾਤ ਹੀ ਹੈ। ਇੱਥੇ ਭਗਤ ਜੀ ਨੇ, ਜੇ ਆਪਾਂ ਬਾਣੀ 'ਚ ਕਹਿੰਦੇ ਆ ਨਾ ਵੀ ਭਗਤ ਕਬੀਰ ਸਾਹਿਬ ਹੁਣਾਂ ਨੇ ਜਾਂ ਭਗਤ ਧੰਨਾ ਜੀ ਹੁਣਾਂ ਨੇ ਜਾਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਇਹ ਜਾਚ ਸਿਖਾਈ ਵੀ ਰੱਬ ਕੋਲੋਂ ਮੰਗਣਾ ਹੈ, ਤੇ ਉਹ ਪ੍ਰੇਮ ਵਿੱਚ ਹੀ ਜਿੱਦ ਹੈ, ਪ੍ਰੇਮ ਵਿੱਚ ਹੀ ਆ ਕੇ ਰੱਬ ਨੂੰ ਕਿਹਾ। ਉੱਥੇ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਭਗਤ ਸਾਹਿਬਾਨ ਜਾਂ ਗੁਰੂ ਸਾਹਿਬਾਨ ਉੱਥੇ ਇਹ ਸਾਬਤ ਕਰਨਾ ਚਾਹੁੰਦੇ ਵੀ ਰੱਬਾ ਅਸੀਂ ਤੇਰੇ ਤੋਂ ਵੱਡੇ ਆ, ਨਹੀਂ। ਉੱਥੇ ਪਿਆਰ ਜਿਹੜਾ ਉਹ ਸਾਬਤ ਕਰ ਰਹੇ, ਵਿਖਾ ਰਹੇ। ਇੱਕ ਬੱਚਾ ਆਪਣੇ ਮਾਂ-ਬਾਪ ਕੋਲੋਂ ਜਿੱਦ ਕਰਕੇ ਕੁਝ ਮੰਗਦਾ, ਬੱਚਾ ਇਹ ਥੋੜੀ ਸਾਬਤ ਕਰ ਰਿਹਾ ਵੀ ਮੈਂ ਤੁਹਾਡੇ ਤੋਂ ਵੱਡਾ। ਬੱਚਾ ਤੇ ਪ੍ਰੇਮ ਕਰਕੇ ਹੀ ਮੰਗ ਰਿਹਾ ਨਾ, ਵੀ ਮੈਂ ਪ੍ਰੇਮ ਕਰਕੇ, ਤੁਸੀਂ ਮੇਰੇ ਮਾਂ, ਤੁਸੀਂ ਮੇਰੇ ਪਿਓ ਹੋ, ਵੀ ਮੈਂ ਤੁਹਾਡੇ ਕੋਲੋਂ ਮੰਗ ਰਿਹਾ, ਤੇ ਮਾਂ-ਬਾਪ ਨੂੰ ਦੇਣਾ ਪੈਂਦਾ ਲੈ ਕੇ। ਹੁਣ ਉੱਥੇ ਵੱਡਾ ਜਾਂ ਛੋਟੇ ਦੀ ਬਾਤ ਨਹੀਂ ਹੈ, ਉੱਥੇ ਪਿਆਰ ਦੀ ਗੱਲ ਹੈ। ਤੇ ਭਗਤ ਜੀ ਕਹਿੰਦੇ ਮੇਰੇ ਗੁਰੂ ਨੇ ਮੈਨੂੰ ਸਿੱਖਿਆ ਦਿੱਤੀ, ਭਾਈ ਜੇ ਤੂੰ ਕੀੜੀ ਬਣ ਜਾਏਗਾ ਤੇ ਫੇਰ ਹੀ ਰੱਬ ਰੂਪੀ ਜਿਹੜੀ ਖੰਡ ਹੈ ਨਾ ਰੇਤ 'ਚ ਵਿਖਰੀ ਹੋਈ, ਤੈਨੂੰ ਫੇਰ ਹੀ ਮਿਲਣੀ ਹੈ। ਭਾਵ ਨੀਵਾਂ ਹੋ ਜਾ। ਜਿਸ ਦਿਨ ਨੀਵਾਂ ਹੋ ਜਾਏਗਾ ਉਸ ਦਿਨ ਰੱਬ ਦੇ ਰਸ ਨੂੰ, ਰੱਬ ਦੇ ਨਾਮ ਦੇ ਰਸ ਨੂੰ ਤੂੰ ਆਪਣੀ ਜ਼ਿੰਦਗੀ ਵਿੱਚ ਚੱਖ ਲਵੇਂਗਾ। ਕਬੀਰ ਜੋ ਤੋਹੇ ਸਾਧ ਪਰਮ ਕੀ, ਸੀਸ ਕਾਟ ਕਰ ਗੋਏ। ਫਿਰ ਕਹਿੰਦੇ ਜੇ ਤੈਨੂੰ ਸਾਧ ਹੈ, ਮਤਲਬ ਸਦਰ ਤਾਂਗ ਹੈ, ਕਾਦੀ? ਪਿਰਮ ਕੀ, ਆਪਣੇ ਪਿਆਰੇ ਦੀ। ਸੀਸ ਕਾਟ ਕਰ ਗੋਏ, ਤੇ ਏਦਾਂ ਕਰ ਆਪਣਾ ਸਿਰ ਜਿਹੜਾ ਨਾ ਉਹਨੂੰ ਵੱਢ ਦੇ, ਸਿਰ ਨੂੰ ਤਲੀ ਤੇ ਰੱਖ ਲਾ। ਹੁਣ ਇੱਥੇ ਸਿਰ ਵੱਢਣ ਤੋਂ ਭਾਵ ਇਹ ਨਹੀਂ ਵੀ ਸਿਰ ਲਾ ਕੇ ਤੇ ਤਲੀ ਤੇ ਰੱਖ ਕੇ ਤੁਰਿਆ ਫਿਰ। ਸਿਰ ਵੱਢਣ ਤੋਂ ਭਾਵ ਵੀ ਆਪਣਾ ਹੰਕਾਰ ਛੱਡ ਦੇ,
ਜਿਹੜਾ ਤੈਨੂੰ ਵੱਡੇ ਹੋਣ ਦਾ ਅੰਦਰ ਮਾਣ ਹੈ ਨਾ, ਉਹ ਮਾਣ ਛੱਡ। ਜੇ ਤੈਨੂੰ ਪ੍ਰੇਮ ਦਾ ਖੇਡ ਖੇਡਣ ਦੀ ਤਾਂਘ ਹੈ, ਆਪਣੇ ਪਿਆਰੇ ਨੂੰ ਮਿਲਣ ਦੀ ਤਾਂਘ ਹੈ, ਆਪਣੇ ਗੁਰੂ ਨੂੰ ਮਿਲਣ ਦੀ ਤਾਂਘ ਹੈ, ਤੇ ਸੀਸ ਕਾਟ ਕਰ ਗੋਏ। ਆਪਣਾ ਸਿਰ ਜਿਹੜਾ ਨਾ ਉਹਨੂੰ ਕੀ ਬਣਾ, ਖੇਡ ਖੇਡਣ ਦੇ ਲਈ ਨਾ, ਆਪਣੀ ਜਿਹੜੀ ਰੱਬ ਦੇ ਨਾਲ ਪ੍ਰੇਮ ਦੀ ਤੂੰ ਖੇਡ ਖੇਡਣੀ ਹੈ ਪਿਆਰੇ ਨਾਲ, ਉਹਦੇ ਲਈ ਗੇਂਦ ਬਣਾ ਲਾ, ਇੱਕ ਬਾਲ ਬਣਾ ਲਾ। ਜੇ ਖੇਡ ਖੇਡਣੀ ਚਾਹੁੰਦਾ, ਬਾਬੇ ਨਾਨਕ ਨੇ ਜਿਸ ਦਿਨ ਸ਼ੁਰੂਆਤ ਕੀਤੀ ਸੀ ਨਾ, ਉਦੋਂ ਹੀ ਕਹਿਤਾ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਆਪਾਂ ਬੜੇ ਵਿਸ਼ਵਾਸ ਨਾਲ ਕਹਿ ਸਕਦੇ ਹਾਂ ਵੀ ਬਾਬੇ ਨਾਨਕ ਦੇ ਘਰ 'ਚ ਆਵਾਜ਼ ਜਿੱਦਣ ਆਈ ਨਾ, ਪਹਿਲੀ ਆਵਾਜ਼ ਵੀ ਆਉਣਾ ਸੱਜਣਾ ਇੱਥੇ, ਤੇ ਆਉਣ ਤੋਂ ਪਹਿਲਾਂ ਖਿਆਲ ਰੱਖੀ ਸਿਰ ਤਲੀ ਤੇ ਰੱਖ ਕੇ ਆਈ, ਪ੍ਰਵਾਨਗੀ ਫੇਰ ਹੀ ਮਿਲਣੀ ਓ। ਸਿਰ ਤਲੀ ਤੇ ਰੱਖ ਕੇ ਆਉਣ ਤੋਂ ਭਾਵ ਵੀ ਹਰ ਪ੍ਰਕਾਰ ਦੀ ਪ੍ਰਵਾਹ ਛੱਡ ਕੇ ਹੀ ਆਈ। ਇਹ ਨਾ ਸੋਚੀ ਵੀ ਦੁਨੀਆਦਾਰੀ ਵੀ ਰੱਖ ਲਾਂ ਤੇ ਬਾਬੇ ਨਾਨਕ ਦੇ ਘਰ 'ਚ ਵੀ ਰੱਖੀ ਜਾਏ। ਬਾਬੇ ਨਾਨਕ ਦੇ ਘਰ 'ਚ ਰੱਖੀ ਗਈ ਦੁਨੀਆਦਾਰੀ ਆਪੇ ਰੱਖੀ ਜਾਣੀ ਹੈ, ਪਰ ਇਹ ਨਾ ਸੋਚੀ ਵੀ ਮੈਂ ਦੁਨੀਆਦਾਰੀ ਰੱਖ ਕੇ ਤੇ ਫੇਰ ਬਾਬੇ ਨਾਨਕ ਦੇ ਘਰ 'ਚ ਆਪਣੇ ਪੱਥ ਜਿਹੜੀ ਉਹ ਰਖਵਾਲਾਂ, ਫੇਰ ਨਹੀਂ ਰੱਖੀ ਜਾਣੀ। ਦੁਨੀਆ ਦੀ ਲਾਜ, ਲੋਕ ਲੱਜਾ ਛੱਡ ਕੇ ਬਾਬੇ ਨਾਨਕ ਦੇ ਘਰ 'ਚ ਰੱਖੀ ਜਾਏਗੀ, ਕੋਈ ਦੋ ਰਾਵਾਂ ਨਹੀਂ। ਪਰ ਦੁਨੀਆ ਦੀ ਲੋਕ ਲਾਜ ਰੱਖਦਿਆਂ ਹੋਇਆਂ ਬਾਬੇ ਨਾਨਕ ਦੇ ਘਰ 'ਚ ਪ੍ਰਵਾਨ ਹੋਈਏ, ਕੋਈ ਦਾਵਾ ਨਹੀਂ ਹੈ। ਤੇ ਬਾਬਾ ਜੀ ਨੇ ਅੱਜ ਆਖਿਆ, ਭਗਤ ਕਬੀਰ ਸਾਹਿਬ ਨੇ ਕਹਿੰਦੇ, ਜੋ ਤੋਹੇ ਸਾਧ ਪਿਰਮ ਕੀ, ਜੇ ਸੱਚਮੁੱਚ ਤੇਰੇ ਅੰਦਰ ਤਾਂਘ ਹੈ ਆਪਣੇ ਪਿਆਰੇ ਨੂੰ, ਆਪਣੇ ਪਿਰਮ ਨੂੰ ਮਿਲਣ ਦੀ, ਤੇ ਕੀ ਕਰ, ਸੀਸ ਕਾਟ ਕਰ ਗੋਏ, ਤੇ ਇਉਂ ਕਰ ਵੀ ਆਪਣਾ ਸੀਸ ਜਿਹੜਾ ਨਾ ਉਹਨੂੰ ਇੱਕ ਗੇਂਦ ਬਣਾ ਲਾ। ਤੂੰ ਪਿਆਰ ਦੀ ਖੇਡ ਖੇਡਣ ਲਈ ਆਪਣੇ ਪਿਰਮ ਦੇ ਨਾਲ ਚੱਲਿਆ ਹੈ। ਖੇਲਤ ਖੇਲਤ ਹਾਲ ਕਰ, ਜੋ ਕਿਸ ਹੋਏ ਤਾ ਹੋਏ। ਕਹਿੰਦੇ ਫਿਰ ਆ ਮੰਨ ਕੇ ਚੱਲੀ, ਹੁਣ ਉਹ ਖੇਡ 'ਚ ਇੰਨਾ ਮਸਤ ਹੋ ਜੀ ਵੀ ਜੋ ਹੁੰਦਾ ਹੋ ਜੇ, ਹੁਣ ਕੋਈ ਪਰਵਾਹ ਨਹੀਂ। ਉਹ ਖੇਡ ਜਿਹੜੀ ਖੇਡਣ ਚੱਲਿਆ ਨਾ ਆਪਣੇ ਪਿਰਮ ਨਾਲ, ਆਪਣੇ ਪਿਆਰੇ, ਸਿਰ ਵੱਢਣ ਤੋਂ ਭਾਵ ਇਹ ਹੀ ਹੈ ਵੀ ਮਾਰ ਕੇ ਚੱਲੀ ਆਪਣੇ ਆਪੇ ਨੂੰ। ਕਿਉਂਕਿ ਮਰੇ ਹੋਏ ਬੰਦੇ ਨਾਲ ਫਿਰ ਜੋ ਮਰਜ਼ੀ ਕਰੀ ਚੱਲੋ। ਆਪਾਂ ਬਾਣੀ 'ਚ ਵੀ ਪੜ੍ਹਦੇ ਆ ਨਾ, ਜੇ ਮਿਰਤਕ ਕੋ ਚੰਦਨ ਚੜਾਵੇ, ਉਸ ਤੇ ਕਹੋ ਕਵਨ ਫਲ ਪਾਵੇ। ਜੇ ਮਿਰਤਕ ਕੋ ਬਿਸ਼ਟਾ ਮਾਹੇ ਰੁਲਾਈ, ਤੋ ਮਿਰਤਕ ਕਾ ਕਿਆ ਘਟ ਜਾਈ। ਜਾਂ ਏਦਾਂ ਵੀ ਪੜ ਲੈਨੇ ਆ ਵੀ ਕੋਈ ਧਰਤੀ ਨੂੰ ਖੋਦੇ ਤੇ ਭਾਵੇਂ ਕੋਈ ਲੇਪ ਫੇਰੇ, ਲੇਪਣ ਫੇਰੀ ਜਾਏ, ਤੇ ਲੇਪਣ ਵੀ ਚੰਦਨ ਦਾ ਫੇਰੇ, ਤੇ ਧਰਤੀ ਕਦੇ ਗੁੱਸਾ ਤੇ ਆਪਣਾ ਪਿਆਰ ਨਹੀਂ ਵਿਖਾਉਂਦੀ। ਉਹ ਸਾਰਿਆਂ ਲਈ ਇੱਕੋ ਜਿਹੀ ਹੈ। ਜਿੰਨੇ ਧਰਤੀ ਨੂੰ ਪੁੱਟਿਆ, ਉਹਦੇ ਉੱਤੇ ਕਈ ਚਲਾਈ ਜਾਂ ਉਹਦੇ ਉੱਤੇ ਹੋਰ ਕੋਈ ਤਰ੍ਹਾਂ ਦੇ ਇੰਸਟਰੂਮੈਂਟ ਔਜ਼ਾਰ ਵਰਤੇ, ਧਰਤੀ ਨੇ ਉਹਦਾ ਵਿਰੋਧ ਨਹੀਂ ਕੀਤਾ। ਤੇ ਜੇ ਕਿਸੇ ਨੇ ਆ ਕੇ ਉਹਦੇ ਤੇ ਲੇਪਣ ਫੇਰਨਾ ਸ਼ੁਰੂ ਕਰ ਲਿਆ, ਤੇ ਧਰਤੀ ਨੇ ਇਹ ਨਹੀਂ ਕਿਹਾ ਵੀ ਤੂੰ ਬੜਾ ਚੰਗਾ ਕੰਮ ਕੀਤਾ। ਉਹ ਸਾਰਿਆਂ ਲਈ ਇੱਕੋ ਜਿਹੀ ਹੈ। ਤੇ ਸੀਸ ਨੂੰ ਵੱਢ ਕੇ ਪਿਆਰੇ ਨਾਲ ਖੇਡਣ ਲਈ ਜਾਣਾ ਮਤਲਬ ਆਪਣੇ ਆਪੇ ਨੂੰ ਮਾਰ ਕੇ ਜਾਣਾ। ਐਵੇਂ ਨਹੀਂ ਸੀ ਭਾਈ ਗੁਰਦਾਸ ਜੀ ਨੇ ਕਹਿਤਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਪਾਓ ਖੋਵਣਾ। ਸੱਜਣਾ, ਜਿੱਦਣ ਪਿਆਰ ਦੀ ਖੇਡ ਖੇਡਣ ਜਾਏਗਾ ਨਾ, ਉਦਣ ਮਰ ਕੇ ਜਾਈ। ਜਦੋਂ ਮਰ ਕੇ ਜਾਏਗਾ ਨਾ, ਮਰੇ ਹੋਏ ਨੂੰ ਭਾਵੇਂ ਕੋਈ ਵੱਢੀ ਜਾਏ, ਮਰੇ ਨੇ ਉੱਠ ਕੇ ਨਹੀਂ ਕਹਿਣਾ ਉਹ ਕਿਉਂ ਵੱਢਣ ਲੱਗੇ ਹੋ। ਤੇ ਮਰੇ ਹੋਏ ਨੂੰ ਭਾਵੇਂ ਕੋਈ ਜੋੜ ਜੋੜ ਕੇ ਟਾਂਕੇ ਲਾ ਲਾ ਕੇ ਤੇ ਆਖੇ ਵੀ ਅੱਜ ਤੇਰਾ ਹੀ ਬੁੱਤ ਬਣਾ ਦੇਣਾ, ਤੇ ਉਹਨੇ ਫਿਰ ਨਹੀਂ ਕਹਿਣਾ ਕਿਉਂ ਬਣਾਉਣ ਲੱਗੇ ਹੋ। ਤੇ ਮਰੇ ਹੋਏ ਨੂੰ ਭਾਵੇਂ ਚੁੱਕ ਕੇ ਗੰਦਗੀ 'ਚ ਸੁੱਟ ਦੋ, ਮਰੇ ਨੇ ਨਹੀਂ ਕਹਿਣਾ ਗੰਦਗੀ 'ਚ ਕਿਉਂ ਸੁੱਟਤਾ ਜੇ। ਤੇ ਮਰੇ ਨੂੰ ਚੁੱਕ ਕੇ ਭਾਵੇਂ ਲੇਪਣ ਫੇਰੀ ਚੱਲੋ, ਤੇ ਚੰਦਨ ਲਾਈ ਜਾਓ, ਮਰੇ ਨੇ ਨਹੀਂ ਕਹਿਣਾ ਕਿਉਂ ਲੇਪਣ ਫੇਰਨ ਲੱਗੇ ਹੋ, ਤੁਸੀਂ ਮੇਰੇ ਨਾਲ ਬੜਾ ਪਿਆਰ ਕਰਦੇ ਹੋ, ਮਰੇ ਨੇ ਆਖਣਾ। ਤੇ ਸੱਜਣਾ, ਜਿੱਦਣ ਪਿਆਰ ਦੀ ਖੇਡ ਖੇਡਣ ਜਾਣਾ, ਉਦਣ ਮਰ ਕੇ ਹੀ ਜਾਈ। ਆਹੀ ਕਾਰਨ ਹੈ ਸੀਸ ਕਾਟ ਕਰ ਗੋਏ। ਉਹਦਾ ਮਤਲਬ ਇਹ ਜੇ ਵੀ ਆਪਣਾ ਸੀਸ ਤਲੀ ਤੇ ਰੱਖ ਕੇ ਜਾਈ, ਭਾਵ ਆਪਣੇ ਆਪ ਨੂੰ ਮਾਰ ਕੇ ਜਾਈ। ਕਿਉਂਕਿ ਖੇਲਤ ਖੇਲਤ ਹਾਲ ਕਰ,
ਖੇਡਦਿਆਂ ਖੇਡਦਿਆਂ ਏਦਾਂ ਦੇ ਹਾਲਾਤ ਬਣ ਜਾਣ ਤੇ ਫਿਰ ਜੋ ਕੁਛ ਹੋਏ ਤਾਂ ਹੋਏ, ਜੋ ਹੁੰਦਾ ਹੋ ਜੇ, ਹੁਣ ਨਹੀਂ ਕੋਈ ਪਰਵਾਹ। ਭਾਵ ਨਾ ਕੋਈ ਸੁੱਧ, ਨਾ ਕੋਈ ਬੁੱਧ, ਨਾ ਕੋਈ ਆਪਣੀ ਵਿਚਾਰ, ਨਾ ਕੋਈ ਆਪਣੀ ਸੋਚ। ਉੱਥੇ ਫਿਰ ਜੋ ਪਿਆਰੇ ਨੇ ਕਹਿਤਾ ਉਹ ਸਿਰ ਮੱਥੇ ਪ੍ਰਵਾਨ। ਉੱਥੇ ਜੋ ਮਾਲਕ ਨੇ ਕਹਿਤਾ, ਗੁਰੂ ਨੇ ਕਹਿਤਾ, ਸਿਰ ਮੱਥੇ ਹੈ ਜੀ। ਉੱਥੇ ਜੋ ਪਿਰਮ ਜਿਹਦੇ ਨਾਲ ਪ੍ਰੇਮ ਦੀ ਖੇਡ ਖੇਡਣ ਚੱਲਿਆ, ਉਹਨੇ ਜੋ ਕਹਿਤਾ ਸਿਰ ਮੱਥੇ। ਜੇ ਗੁਰੂ ਨੇ ਕਹਿਤਾ ਨਾ ਤੇਰਾ ਸੀਸ ਚਾਹੀਦਾ, ਤੇ ਇੱਕ ਪਲ ਤੋਂ ਪਹਿਲਾਂ ਸੀਸ ਅੱਗੇ ਰੱਖ ਦੇ ਵੀ ਲੈ, ਵੱਢਣਾ ਤੇ ਵੱਢ ਲਾ, ਸੰਭਾਲਣਾ ਤੇ ਸੰਭਾਲ ਲਾ। ਤੇ ਜੇ ਗੁਰੂ ਕਹੇ ਵੀ ਸੱਜਣਾ ਆਹ ਕੰਮ ਕਰਨਾ, ਤੇ ਫਿਰ ਉੱਥੇ ਆਰਗੂ ਨਹੀਂ, ਫਿਰ ਤੇ ਵੀ ਸਤਿਗੁਰੂ ਤੂੰ ਕਿਹਾ ਤੇ ਹੁਣ ਕਰਨਾ ਹੀ ਹੈ, ਜੋ ਮਰਜ਼ੀ ਹੋ ਜੇ। ਤੇ ਇਹਦੇ ਸਾਫ਼ ਜਿਹੜੇ ਦ੍ਰਿਸ਼ਟਾਂਤ ਪ੍ਰਤਾਖੋ ਸਾਨੂੰ ਬਾਬੇ ਲਹਿਣੇ ਦੇ ਜੀਵਨ ਚੋਂ ਮਿਲਦੇ। ਕੁਝ ਕੁ ਘਟਨਾਵਾਂ ਨਾ ਬੜੀਆਂ ਹੈਰਾਨੀਜਨਕ ਨੇ। ਮੈਂ ਦੋ ਕੁ ਪੱਖ ਰੱਖਾਂਗਾ। ਬਾਰਿਸ਼ ਬੜੀ ਤੇਜ਼ ਹੋ ਰਹੀ, ਦੀਵਾਰ ਡਿੱਗ ਪਈ ਮਿੱਟੀ ਦੀ, ਬਾਰਿਸ਼ ਰੁਕੀ ਨਹੀਂ। ਗੁਰੂ ਨਾਨਕ ਸਾਹਿਬ ਨੇ ਬਾਬੇ ਲਹਿਣੇ ਨੂੰ ਕਹਿਤਾ ਵੀ ਕੰਧ ਕਰਨੀ ਭਾਈ, ਮੀਂਹ ਪੈਂਦਾ ਤੇ ਜਾ ਕੇ ਕੰਧ ਕਰਕੇ ਆ। ਹੁਣ ਨਾ ਤੇ ਉਦੋਂ ਇੱਟਾਂ ਨੇ ਨਾ ਸੀਮੈਂਟ ਹੈ। ਜੇ ਇੱਟਾਂ ਹੋਣਗੀਆਂ ਵੀ ਤੇ ਕਹਿ ਸਕਦੇ ਆ ਵੀ ਕੱਚੀਆਂ, ਬਹੁਤ ਘੱਟ ਚਾਂਸਿਸ, ਰੇਅਰ ਚਾਂਸਿਸ ਸੀ ਵੀ ਪੱਕੀਆਂ ਇੱਟਾਂ ਹੁੰਦੀਆਂ ਸਨ। ਆਪਾਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਸਨ, ਸੀ। ਪਰ ਆਮ ਕਰਕੇ ਘਰਾਂ ਦੀਆਂ ਦੀਵਾਰਾਂ ਜਾਂ ਇਮਾਰਤਾਂ ਦੀਆਂ ਦੀਵਾਰਾਂ ਮਿੱਟੀ ਦੀਆਂ ਬਣਾਈਆਂ ਜਾਂਦੀਆਂ ਸਨ। ਹੁਣ ਮਿੱਟੀ ਦੀ ਕੰਧ ਬਣਾਉਣੀ ਤੇ ਉਹ ਵੀ ਪੈਂਦੇ ਮੀਂਹ 'ਚ ਜਾ ਕੇ, ਤੇ ਬਣਾਉਣ ਵਾਲੇ ਨੂੰ ਲੋਕ ਕਹਿਣਗੇ ਵੀ ਮੂਰਖ ਹੈ, ਇਹਨੂੰ ਨਹੀਂ ਦਿਸਦਾ ਮੀਂਹ ਪੈਂਦਾ ਵੀ ਮੀਂਹ ਕਰਕੇ ਤੇ ਪਹਿਲੋਂ ਡਿੱਗੀ ਹੈ, ਤੇ ਜੇ ਹੁਣ ਮੀਂਹ ਪੈਂਦੇ ਜੀ ਬਣਾਈ ਜਾਏਗਾ ਤੇ ਕੀ ਬਣਾ ਲੇਗਾ। ਮਿੱਟੀ ਦੀ ਕੰਧ ਬਣਾਉਣ ਲੱਗਿਆਂ ਉਹ ਜਿਹੜਾ ਗਾਰਾ ਬਣਾਉਣਾ ਬੜਾ ਧਿਆਨ ਰੱਖਣਾ ਪੈਂਦਾ, ਉਹਦੇ 'ਚ ਪਾਣੀ ਵੱਧ ਨਾ ਪੈ ਜਾਏ ਕਿਤੇ, ਤੇ ਮੀਂਹ ਪੈਂਦੇ ਵਿੱਚ ਮਿੱਟੀ ਦੀ ਕੰਧ ਬਣਾਉਣੀ ਹੈਰਾਨੀਜਨਕ ਬਾਤ ਹੈ। ਬਾਬੇ ਨਾਨਕ ਨੇ ਆਖਿਆ ਭਾਈ ਲਹਿਣੇ ਨੂੰ ਵੀ ਲਹਿਣਿਆ ਕੰਧ ਬਣਾਉਣੀ ਹੈ। ਲਹਿਣੇ ਨੇ ਇਹ ਨਹੀਂ ਕਿਹਾ ਬਾਬਾ ਮੀਂਹ ਰੁਕ ਲੈਣ ਦੇ ਫਿਰ ਬਣਾ ਦਾਂਗਾ। ਸਤਿਗੁਰੂ ਨੇ ਕਿਹਾ ਕੰਧ ਬਣਾਉਣੀ ਹੈ। ਹੁਣ ਭਾਈ ਲਹਿਣੇ ਨੂੰ ਇਹ ਹੈ ਵੀ ਗੁਰੂ ਨਾਨਕ ਨੇ ਕਹਿਤਾ ਕੰਧ ਬਣਾਉਣੀ ਹੈ, ਬਣੇ ਨਾ ਬਣੇ ਉਹ ਬਾਤ ਬਾਤ ਦੀ ਹੈ, ਪਰ ਗੁਰੂ ਨਾਨਕ ਦੇ ਬਚਨ ਨਹੀਂ ਮੋੜਨੇ। ਜਾ ਕੇ ਭਾਈ ਲਹਿਣਾ ਪੈਂਦੇ ਮੀਂਹ 'ਚ ਹੀ ਕੰਧ ਬਣਾਉਣ ਲੱਗ ਪਿਆ। ਉਹ ਬਣੀ ਨਹੀਂ ਬਣੀ, ਕਰਾਮਾਤ ਵਾਪਰੀ, ਇਹ ਪੱਖ ਨਹੀਂ ਮੈਂ ਰੱਖਣ ਲੱਗਿਆ। ਪੱਖ ਸਿਰਫ ਇਹ ਰੱਖ ਰਿਹਾ ਵੀ ਪਿਆਰੇ ਨੇ ਜੋ ਕਹਿਤਾ ਸਿਰ ਮੱਥੇ ਪ੍ਰਵਾਨ ਹੈ। ਵੀ ਸਤਿਗੁਰੂ ਜੇ ਤੂੰ ਆਖਿਆ ਨਾ ਕੰਧ ਬਣਾਉਣੀ ਹੈ, ਸਵੇਰ ਤੱਕ ਤੇ ਪਤਾ ਨਹੀਂ ਪ੍ਰਾਣ ਹੋਣੇ ਕਿ ਨਹੀਂ ਸਰੀਰ 'ਚ, ਜਾਂ ਅਗਲੇ ਦਿਨ ਮੀਂਹ ਰੁਕਣ ਤੱਕ ਪ੍ਰਾਣ ਹੋਣੇ ਕਿ ਨਹੀਂ, ਤੂੰ ਕਹਿਤਾ ਮੇਰਾ ਫਰਜ਼ ਬਣਦਾ ਮੈਂ ਤੇਰੇ ਬਚਨਾਂ ਨੂੰ ਕਮਾਲਾਂ। ਉਸੇ ਵਕਤ ਭਾਈ ਲਹਿਣਾ ਚਲੇ ਗਿਆ, ਜਾ ਕੇ ਕੰਧ ਬਣਾਉਣੀ ਸ਼ੁਰੂ ਕਰ ਲਈ। ਦੂਜਾ ਪੱਖ, ਚਾਦਰਾਂ ਧੋ ਕੇ ਰੱਖੀਆਂ ਬਕਾਇਦਾ ਪੰਡਾਂ ਬੰਨ ਕੇ। ਭਾਈ ਲਹਿਣੇ ਨੇ ਆਪਣੇ ਹੱਥੀਂ ਧੋਤੀਆਂ ਸੀ। ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿੰਦੇ ਲਹਿਣਿਆਂ ਚਾਦਰਾਂ ਧੋਣ ਵਾਲੀਆਂ ਨੇ। ਧੋਤੀਆਂ ਹੋਈਆਂ ਚਾਦਰਾਂ ਵੱਲ ਵੇਖ ਕੇ ਬਾਬੇ ਨਾਨਕ ਨੇ ਕਹਿਤਾ ਭਾਈ ਲਹਿਣਿਆਂ ਚਾਦਰਾਂ ਧੋਣੀਆਂ ਨੇ। ਤੇ ਲਹਿਣੇ ਨੇ ਅੱਗੋਂ ਆਰਗੂ ਨਹੀਂ ਕੀਤਾ, ਕੋਈ ਕੁਐਸਚਨਿੰਗ ਨਹੀਂ ਕੀਤੀ। ਬਾਬਾ ਧੋ ਕੇ ਮੈਂ ਹੀ ਰੱਖੀਆਂ, ਧੋਤੀਆਂ ਨੇ, ਹੁਣ ਧੋ ਕੇ ਕੀ ਫਾਇਦਾ। ਗੁਰੂ ਨਾਨਕ ਨੇ ਕਿਹਾ ਚਾਦਰਾਂ ਧੋਣੀਆਂ, ਭਾਈ ਲਹਿਣੇ ਨੇ ਉਵੇਂ ਹੀ ਪੰਡਾਂ ਚੁੱਕ ਲੀਆਂ, ਧੋਤੀਆਂ ਚਾਦਰਾਂ ਚੁੱਕ ਕੇ ਫਿਰ ਜਾ ਕੇ ਧੋਣੀਆਂ ਸ਼ੁਰੂ ਕਰਤੀਆਂ। ਤੇ ਕਹਿ ਸਕਦੇ ਆ ਕਿ ਭਾਈ ਲਹਿਣੇ ਨੇ ਉਦੋਂ ਮਨ 'ਚ ਵਿਚਾਰਿਆ ਹੀ ਹੋਣਾ ਨਾ ਵੀ ਬਾਬੇ ਨਾਨਕ ਦੇ ਬਚਨ ਨੇ, ਮੈਂ ਭਾਵੇਂ ਲੱਖ ਵਾਰੀ ਧੋ ਕੇ ਰੱਖੀਆਂ ਹੋਣ, ਪਰ ਜਿਹੜੀਆਂ ਚਾਦਰਾਂ ਮੇਰੇ ਬਾਬੇ ਦੀਆਂ ਨਜ਼ਰਾਂ 'ਚ ਗੰਦੀਆਂ, ਮੇਰਾ ਫਰਜ਼ ਬਣਦਾ ਮੈਂ ਉਹਨਾਂ ਨੂੰ ਧੋਵਾਂ। ਅੱਗੇ ਹੋਏ ਸੋ ਹੋਏ, ਜੋ ਹੋਏਗਾ ਵੇਖੀ ਜਾਏਗੀ। ਜੇ ਪਿਆਰ ਦੀ ਖੇਡ ਖੇਡਣ ਦਾ ਚਾਅ ਹੈ ਤੇ ਭਗਤ ਕਬੀਰ ਸਾਹਿਬ ਕਹਿੰਦੇ ਸੱਜਣਾ ਮਰ ਕੇ ਜਾਈ। ਕਿਉਂ? ਮੁੜ ਕੇ ਉਥੋਂ ਪਿੱਛੇ ਨਾ ਮੁੜਿਆ ਹੀ ਵੀ ਨਹੀਂ ਭਾਈ ਉੱਥੋਂ ਦੇ ਹਾਲਾਤ ਨਹੀਂ ਮੇਰੇ ਤੋਂ ਵੇਖੇ ਜਾਣੇ, ਜਾਂ ਉੱਥੋਂ ਦੇ ਹਾਲਾਤਾਂ ਨੂੰ ਮੈਂ ਝੱਲ ਨਹੀਂ ਸਕਦਾ। ਮਰ ਕੇ ਜਾਈ, ਫਿਰ ਜੋ ਹੋ ਜਾਏ ਹੋ ਜਾਏ, ਪਰ ਆ ਕਦਮ ਅੱਗੇ ਜਾਣਗੇ, ਆ ਕਦਮ ਕਦੇ ਪਿੱਛੇ ਨਹੀਂ ਮੁੜਨਗੇ। ਤੇ ਫਿਰ ਬਾਬੇ ਲਹਿਣੇ ਨੇ ਕਹਿਤਾ ਸੀ ਗੁਰੂ ਨਾਨਕ ਸਾਹਿਬ ਨੂੰ ਬੜੇ ਵਿਸ਼ਵਾਸ ਨਾਲ, ਦ੍ਰਿੜਤਾ ਨਾਲ, ਸਤਿਗੁਰੂ ਜਿਨ੍ਹਾਂ ਕੋਲ ਹੋਰ ਘਰ ਸਨ, ਜਿਨ੍ਹਾਂ ਨੂੰ ਹੋਰ ਭਰੋਸਾ ਸੀ, ਉਹ ਸਾਰੇ ਮੁੜ ਗਏ, ਪਰ ਮੇਰਾ ਤੂੰ ਹੀ ਹੈ
ਮੈਨੂੰ ਭਰੋਸਾ ਵੀ ਤੇਰੇ ਤੇ, ਮੇਰੇ ਕੋਲ ਘਰ ਵੀ ਤੇਰਾ, ਤੇਰੇ ਤੋਂ ਬਿਨਾ ਨਾ ਕੋਈ ਦਰ ਦਿਸਦਾ, ਤੂੰ ਹੀ ਦੱਸ ਦੇ ਕਿਹੜੇ ਦਰ ਜਾਵਾਂ, ਮੈਂ ਤੇ ਇੱਥੇ ਹੀ ਰਹਿਣਾ, ਭਾਵੇਂ ਮਾਰ ਲਾ, ਭਾਵੇਂ ਕੁੱਟ ਲਾ ਤੇ ਭਾਵੇਂ ਰੱਖ ਲਾ, ਪਰ ਰਹਿਣਾ ਤੇਰੇ ਦਰ ਤੇ ਹੀ ਹੈ। ਹੁਣ ਆ ਕਦਮ ਕਦੇ ਪਿੱਛੇ ਨਹੀਂ ਮੁੜਨਗੇ। ਤੇ ਬਾਬਾ ਕਬੀਰ ਜੀ ਨੇ ਅੱਜ ਇਸੇ ਪੱਖ ਨੂੰ ਸਾਡੇ ਸਾਹਮਣੇ ਰੱਖਿਆ ਕਿ ਭਾਈ ਤੂੰ ਪਿਆਰ ਦੀ ਖੇਡ ਖੇਡਣ ਚੱਲਿਆ ਤੇ ਸੀਸ ਕਾਟ ਕਰ ਗੋਏ ਤੇ ਖੇਲਤ ਖੇਲਤ ਹਾਲ ਕਰ ਅੱਗੇ, ਫਿਰ ਜੋ ਕੁਛ ਹੋਏ ਤਾਂ ਹੋਏ, ਜੋ ਕੁਝ ਹੋਵੇਗਾ ਉਹ ਕੁਛ ਫਿਰ ਪ੍ਰਵਾਨ ਕਰਕੇ ਚੱਲੀ, ਕਿਉਂਕਿ ਪਿਆਰ ਦੀ ਖੇਡ ਤੂੰ ਖੇਡਣ ਆਇਆ ਹੈ। ਕਬੀਰ ਜੋ ਤੋਹੇ ਸਾਧ ਪਰਮ ਕੀ, ਪਾਕੇ ਸੇਤੀ ਖੇਲ। ਪਰ ਇੱਕ ਵਿਚਾਰ ਹੋਰ ਬੜੀ ਪਿਆਰੀ ਦਿੱਤੀ, ਖੇਡਣ ਦਾ ਚਾਅ ਤੇ ਸਾਰਿਆਂ ਨੂੰ ਹੀ ਹੈ, ਪਿਆਰ ਦੀ ਖੇਡ ਖੇਡਣ ਦਾ ਚਾਅ ਸਭਨਾਂ ਨੂੰ ਹੈ। ਭਗਤ ਜੀ ਕਹਿੰਦੇ ਖੇਡਣ ਲੱਗਿਆ ਇੱਕ ਖਿਆਲ ਵੀ ਰੱਖਿਓ, ਪਾਕੇ ਸੇਤੀ ਖੇਲ, ਜੇ ਖੇਡਣਾ ਨਾ ਤੇ ਪੱਕੇ ਨਾਲ ਖੇਡੀ। ਉਹ ਐਵੇਂ ਕਿਤੇ ਉਹਦੇ ਕੋਲ ਹੀ ਜਾ ਕੇ ਨਾ ਖੇਡਦਾ ਫਿਰੀ ਜਿਹੜਾ ਗੁਰੂ ਜਗਤ ਦਾ ਬਣ ਕੇ ਬੈਠਾ ਹੈ, ਜਿਹੜਾ ਦੁਨਿਆਵੀ ਗੁਰੂ ਬਣ ਕੇ ਬੈਠਾ ਨਾ, ਦੁਨੀਆ ਦਾ ਗੁਰੂ ਬਣ ਕੇ ਬੈਠਾ, ਉਹਦੇ ਨਾਲ ਜਾ ਕੇ ਨਾ ਖੇਡਣ ਲੱਗ ਜੀ। ਜੇ ਖੇਡਣਾ ਤੇ ਪਾਕੇ ਸੇਤੀ ਖੇਲ, ਜਿਹੜਾ ਸੱਚਮੁੱਚ ਅਸਲ ਦੇ ਵਿੱਚ ਕਹਿ ਸਕਦੇ ਆ ਵੀ ਜਿਹੜਾ ਸੱਚਾ ਗੁਰੂ ਹੈ ਨਾ, ਉਹਦੇ ਨਾਲ ਜਾ ਕੇ ਖੇਡੀ। ਜਿਹੜਾ ਪਰਮਾਤਮਾ ਨਾ, ਜੇ ਪਿਆਰ ਦੀ ਖੇਡ ਖੇਡਣੀ ਤੇ ਉਹਨੂੰ ਪਿਆਰਾ ਮੰਨ ਕੇ ਫੇਰ ਖੇਡੀ। ਆ ਐਵੇਂ ਕੱਚਿਆਂ ਦੇ ਕੋਲ ਜਾ ਕੇ ਹੀ ਨਾ ਖੇਡਦਾ ਫਿਰੀ, ਆ ਕੱਚਿਆਂ ਦੇ ਜਾ ਕੇ ਦਰਵਾਜ਼ੇ ਹੀ ਨਾ ਖੜਕਾਉਂਦਾ ਫਿਰੀ, ਉਹਨਾਂ ਦੇ ਹੀ ਜਾ ਕੇ ਦਰਵਾਜ਼ੇ ਨਾ ਖੜਕਾਉਂਦਾ ਫਿਰੀ ਜਿਨ੍ਹਾਂ ਨੂੰ ਆਪ ਨੂੰ ਅਜੇ ਤੱਕ ਖੇਡਣਾ ਨਹੀਂ ਆਇਆ। ਇੱਕ ਮੈਂ ਨਿੱਕਾ ਜਿਹਾ ਪੱਖ ਇੱਥੇ ਉਦਾਹਰਣ ਰੂਪ ਚ ਰੱਖਦੇ ਆ, ਕਿਸੇ ਵੀ ਖੇਡ ਦਾ ਕੋਚ ਹੁੰਦਾ ਹੈ ਨਾ, ਸਿਖਾਉਣ ਵਾਲਾ, ਉਹਨੂੰ ਕੋਚ ਤਾਂ ਕਿਹਾ ਜਾਂਦਾ ਹੈ ਕਿਉਂਕਿ ਉਹਦੇ ਕੋਲ ਖੇਡਣ ਦੀਆਂ ਵੱਖਰੀਆਂ ਵੱਖਰੀਆਂ ਟੈਕਨੀਕਸ ਨੇ ਤੇ ਉਹ ਖੇਡ ਕੇ ਪਹਿਲੋਂ ਸਿੱਖਿਆ ਹੈ, ਉਹ ਸਿਖਾ ਸਕਦਾ ਹੈ। ਤੇ ਆਪਾਂ ਕਹੀਏ ਤੁਰੇ ਜਾਂਦੇ ਬੰਦੇ ਨੂੰ ਹੀ ਵੀ ਸੱਜਣਾ ਲੈ ਤੂੰ ਮੇਰਾ ਕੋਚ ਬਣ ਜਾ, ਤੂੰ ਮੈਨੂੰ ਸਿਖਾ ਖੇਡਣਾ, ਤੇ ਅਸੀਂ ਉਹਦੇ ਭਰੋਸੇ ਸਿੱਖਣ ਲੱਗ ਜਾਈਏ। ਠੀਕ ਹੈ, ਕੋਈ 4-5 ਸਾਨੂੰ ਉਹ ਦਾ ਪੇਚ ਦੱਸ ਵੀ ਦੇ ਵੀ ਆ ਲੈ ਇਦਾਂ ਖੇਡ ਲਈ, ਇਦਾਂ ਖੇਡ ਲਈ, ਪਰ ਕਿੰਨਾ ਕੁ ਚਿਰ ਖੇਡ ਲਾਂਗੇ ਤੇ ਕਿੰਨਾ ਕੁ ਚਿਰ ਉਹਦੇ ਦਰਸਾਏ ਰਾਹ ਤੇ ਤੁਰਦੇ ਫਿਰਾਂਗੇ। ਆਖਰਕਾਰ ਕਿਤੇ ਨਾ ਕਿਤੇ ਜਾ ਕੇ ਤੇ ਕਿਸੇ ਕੋਚ ਦਾ ਸਹਾਰਾ ਲੈਣਾ ਹੀ ਪਏਗਾ ਨਾ, ਕਿਸੇ ਨਾ ਕਿਸੇ ਉਸਤਾਦ ਦਾ ਸਹਾਰਾ ਲੈਣਾ ਹੀ ਪਏਗਾ, ਫੇਰ ਖੇਡ ਖੇਡਣੀ ਆਏਗੀ। ਤੇ ਭਗਤ ਜੀ ਕਹਿੰਦੇ ਤੂੰ ਪਿਆਰ ਦੀ ਖੇਡ ਖੇਡਣ ਚੱਲਿਆ ਤੇ ਕੱਚਿਆਂ ਪਿੱਲਿਆਂ ਕੋਲ ਖੇਡਦਾ ਫਿਰੇ, ਕਿੰਨਾ ਕੁ ਚਿਰ ਖੇਡ ਲੇਗਾ, ਕਿੰਨਾ ਕੁ ਚਿਰ ਉਹਨਾਂ ਦੇ ਕੋਲੋਂ ਸਿੱਖਦਾ ਰਹੇਗਾ। ਜੇ ਤੂੰ ਖੇਡਣਾ ਹੀ ਹੈ, ਸੱਚਮੁੱਚ ਤੇਰੇ ਮਨ ਚ ਚਾਹ, ਤੇ ਫਿਰ ਆਪਣਾ ਸਭ ਕੁਝ ਨਿਸ਼ਾਵਰ ਕਰਕੇ ਖੇਡ, ਸਭ ਕੁਝ ਵਾਰ ਕੇ ਖੇਡ, ਤੇ ਵਾਰਨਾ ਕਿਹਦੇ ਤੋਂ ਹੈ? ਪਾਕੇ ਸੇਤੀ ਖੇਲ। ਜਿਹੜਾ ਪੱਕਾ ਨਾ ਉਹਦੇ ਨਾਲ, ਜਿਹੜਾ ਸੱਚਮੁੱਚ ਕੋਚ ਹੈ ਉਹਦੇ ਨਾਲ ਜਾ ਕੇ ਖੇਡੀ, ਉਹਦੇ ਕੋਲੋਂ ਜਾ ਕੇ ਸਿੱਖੀ। ਜਿਹਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਗੁਰਾ ਇੱਕ ਦੇਹ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਸ ਕਿਤੇ ਉਸ ਪੱਕੇ ਦੇ ਨਾਲ ਖੇਡਣ ਦੀ ਜਾਚ ਸਿੱਖ ਲਾ, ਪੱਕੇ ਦੇ ਨਾਲ ਖੇਡਣਾ ਕਿਤੇ ਤੈਨੂੰ ਆ ਜਾਵੇ। ਕਾਚੀ ਸਰਸੋਂ ਪੇਲ ਕੈ, ਨਾ ਖਲ ਪਈ ਨਾ ਤੇਲ। ਤੇ ਫਿਰ ਨਾਲ ਬਾਬਾ ਕਬੀਰ ਜੀ ਕਹਿੰਦੇ, ਉਹਨਾਂ ਇੱਕ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਮੈਂ ਤੈਨੂੰ ਤਾਂ ਕਰਕੇ ਕਹਿ ਰਿਹਾ ਵੀ ਕੱਚੇ ਨਾਲ ਨਾ ਖੇਡੀ, ਪੱਕੇ ਨਾਲ ਖੇਡੀ, ਕਿਉਂਕਿ ਕੱਚੇ ਨਾਲ ਖੇਡ ਕੇ ਤੈਨੂੰ ਮਿਲਣਾ ਕੁਛ ਨਹੀਂ ਹੋ। ਸੰਸਾਰ ਦਾ ਦ੍ਰਿਸ਼ਟਾਂਤ ਦਿੱਤਾ, ਕਾਚੀ ਸਰਸੋਂ ਪੇਲ ਕੈ, ਕੱਚੀ ਸਰੋਂ ਨੂੰ ਜੇ ਪੀੜ ਵੀ ਦਈਏ, ਨਾ ਖਲ ਭਈ ਨਾ ਤੇਲ, ਨਾ ਖਲ ਬਣਨੀ ਹੈ ਤੇ ਨਾ ਤੇਲ ਨਿਕਲਣਾ। ਜਦੋਂ ਸਰੋਂ ਦੇ ਦਾਣੇ ਪੱਕ ਜਾਂਦੇ ਨੇ, ਉਹਨੂੰ ਫਿਰ ਪੀੜਿਆ ਜਾਂਦਾ, ਉਹਦੇ ਚੋਂ ਤੇਲ ਨਿਕਲਦਾ, ਇੱਕ ਪਾਸੇ ਖਲ ਬਣੀ ਜਾਂਦੀ ਹੈ, ਇੱਕ ਪਾਸੇ ਉਹ ਫੋਕਟ ਪਦਾਰਥ ਜਿਹੜਾ ਬਚ ਰਿਹਾ ਉਹਦੀ ਖਲ ਬਣ ਰਹੀ ਹੈ, ਉਹ ਪਸ਼ੂਆਂ ਦੇ ਭੋਜਨ ਵਾਸਤੇ ਜਾਂ ਉਹਨਾਂ ਨੂੰ ਉਹ ਕੰਮ ਆਉਂਦੀ ਹੈ। ਤੇ ਤੂੰ ਜੇ ਕੱਚੀ ਪੀੜ ਦੇਂਗਾ ਸੱਜਣਾ, ਸਰੋਂ ਤੋਂ ਵੀ ਜਾਏਗਾ, ਤੇਲ ਵੀ ਕੋਈ ਨਹੀਂ ਮਿਲਣਾ ਤੇ ਖਲ ਵੀ ਕੋਈ ਨਹੀਂ ਮਿਲਣੀ, ਨੁਕਸਾਨ ਹੀ ਨੁਕਸਾਨ ਹੈ। ਮੂਲ ਵੀ ਗਵਾ ਲਿਆ, ਖੱਟਿਆ ਵੀ ਕੁਛ ਨਹੀਂ, ਕਮਾਇਆ ਵੀ ਕੁਝ ਨਹੀਂ ਤੇ ਮਿਲਿਆ ਵੀ ਕੁਛ ਨਹੀਂ। ਕਿੰਨਾ ਨੁਕਸਾਨ ਹੋਇਆ ਵੀ ਜੋ ਚੀਜ਼ ਕੋਲੇ ਪਈ ਹੈ
ਜਿੰਨਾ ਚਿਰ ਪਈ ਹੈ ਉਹਨਾਂ ਚਿਰ ਆਸ ਹੈ ਵੀ ਪਈ ਹੈ ਭਾਈ। ਜਦੋਂ ਉਸ ਵਸਤੂ ਨੂੰ ਅਸੀਂ ਯੂਜ਼ ਕਰ ਲਿਆ, ਇਹ ਆਸ ਮੁੱਕ ਗਈ ਵੀ ਵਸਤੂ ਸਾਡੇ ਕੋਲ ਪਈ ਹੈ। ਦੂਜੇ ਨੰਬਰ ਦੇ ਉੱਤੇ ਹੁਣ ਯੂਜ਼ ਕਰਨ ਤੋਂ ਬਾਅਦ ਚੋਂ ਸਾਰਾ ਕੁਝ ਵਿਅਰਥ ਚਲਾ ਜਾਏ, ਮਿਲੇ ਵੀ ਕੁਛ ਨਾ, ਫਿਰ ਬੰਦੇ ਦਾ ਨੁਕਸਾਨ ਹੀ ਨੁਕਸਾਨ ਹੈ। ਯੂਜ਼ ਕਰਨ ਤੋਂ ਬਾਅਦ ਚ ਕੁਝ ਲਾਹਾ ਹੋਵੇ, ਕੁਝ ਪ੍ਰੋਫਿਟ ਹੋਵੇ, ਬੰਦੇ ਨੂੰ ਫਿਰ ਵੀ ਆਸ ਵੱਜ ਜਾਂਦੀ ਵੀ ਨਹੀਂ ਮੈਂ ਖੱਟਿਆ ਭਾਈ, ਮੈਂ ਕਮਾਇਆ, ਮੈਂ ਜਿਹੜੀ ਵਸਤੂ ਨੂੰ ਵਰਤਿਆ ਉਹਦੇ ਬਦਲੇ ਮੈਨੂੰ ਆਹ ਕੁਝ ਮਿਲਿਆ। ਤੇ ਜੇ ਕੁਝ ਮਿਲੇ ਹੀ ਨਾ ਤੇ ਫਿਰ ਬੰਦੇ ਨੂੰ ਕਿੰਨਾ ਜ਼ਿਆਦਾ ਅਫਸੋਸ ਹੁੰਦਾ। ਜਿਵੇਂ ਸੌਖਾ ਜਿਹਾ ਪੱਖ ਰੱਖਦੇ ਆ, ਬੰਦੇ ਦੀ ਜੇਬ 'ਚ 4 ਰੁਪਈਏ 4 ਪੈਸੇ ਨੇ, ਬੰਦੇ ਨੂੰ ਆਸ ਹੈ ਵੀ ਮੇਰੇ ਕੋਲ 4 ਪੈਸੇ ਪਏ ਨੇ। ਹੁਣ ਉਹ ਕਿਸੇ ਚੀਜ਼ ਨੂੰ ਖਰੀਦਣ ਚਲਾ ਜਾਏ, ਹੁਣ ਜਿਹੜਾ ਚੀਜ਼ ਵਸਤੂ ਨੂੰ ਖਰੀਦਣ ਗਿਆ, ਅੱਗੇ ਜਿਹੜੇ ਕੋਲੋਂ ਖਰੀਦਣ ਗਿਆ ਉਹ ਬੰਦਾ ਫਰਾਡ ਸੀ, ਝੂਠਾ ਸੀ, ਉਹਨੂੰ ਪੈਸੇ ਦੇਤੇ, ਉਹਨੇ ਦਿੱਤਾ ਹੀ ਕੁਝ ਨਹੀਂ। ਭਾਵੇਂ 10 ਰੁਪਈਏ ਸੀ ਤੇ ਭਾਵੇਂ 100 ਰੁਪਈਆ ਸੀ, ਬੰਦੇ ਨੂੰ ਬੜਾ ਚੁੱਭਣਾ ਵੀ ਅੱਜ 100 ਰੁਪਈਏ ਦਾ ਘਾਟਾ ਖਾ ਲਿਆ, ਬੰਦਾ ਲੁੱਟ ਗਿਆ ਮੈਨੂੰ। ਜੇ ਸੋਚੀਏ ਤੇ 100 ਰੁਪਈਆ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ ਬੰਦੇ ਦੇ ਮਨ 'ਚ ਨਾ ਇੱਕ ਉਹ ਬਾਤ ਵਸ ਜਾਣੀ ਵੀ ਅੱਜ ਮੈਂ 100 ਰੁਪਈਏ ਕਰਕੇ ਲੁੱਟਿਆ ਗਿਆ, ਠੱਗਿਆ ਗਿਆ ਮੈਂ। ਤੇ ਦੂਜੇ ਪਾਸੇ ਬੰਦਾ 100 ਰੁਪਈਏ ਵਾਲੀ ਚੀਜ਼ 1000 'ਚ ਲੈ ਆਵੇ ਨਾ, ਬੰਦੇ ਨੂੰ ਅਫਸੋਸ ਨਹੀਂ ਹੁੰਦਾ, ਇੰਨਾ ਕੁ ਹੁੰਦਾ ਵੀ ਮੈਂ ਵਸਤੂ ਤੇ ਲੈ ਕੇ ਆਇਆ ਨਾ, ਕਿਉਂ ਕੁਛ ਲੈ ਕੇ ਆਇਆ। ਪਰ ਜੇ 100 ਰੁਪਈਆ ਵੀ ਨਾ ਮਿਲੇ, ਵਸਤੂ ਵੀ ਕੋਈ ਨਾ ਮਿਲੇ, ਫਿਰ ਬੰਦੇ ਨੂੰ ਅਫਸੋਸ ਬਣ ਜਾਂਦਾ। ਕਾਚੀ ਸਰਸੋਂ ਪੇਲ ਕੇ, ਤੇ ਭਗਤ ਜੀ ਕਹਿੰਦੇ ਭਾਈ ਜੇ ਕੱਚੀ ਸਰੋਂ ਪੀੜੇਗਾ ਨਾ, ਨਾ ਖਲ ਪਈ ਨਾ ਤੇਲ, ਸੱਜਣਾ ਮੁੜ ਕੇ ਨਾ ਆਖੀ ਨੁਕਸਾਨ ਹੀ ਹੈ, ਮਿਲਣਾ ਕੁਛ ਨਹੀਂ ਹੋ। ਇਸ ਕਰਕੇ ਤੈਨੂੰ ਕਹਿਣਾ, ਜੇ ਤੈਨੂੰ ਖੇਡ ਖੇਡਣ ਦਾ ਚਾਹ ਹੈ ਤੇ ਖੇਡੀ ਉਹਦੇ ਨਾਲ ਜਿਹੜਾ ਪੱਕਾ ਹੈ, ਕਿਉਂਕਿ ਕੱਚਿਆਂ ਨਾਲ ਜੁੜ ਕੇ ਕਦੇ ਕੁਛ ਨਹੀਂ ਉਹ ਮਿਲਿਆ, ਸਦਾ ਪੱਕਿਆਂ ਵਿੱਚੋਂ ਹੀ ਪਦਾਰਥ ਜਿਹੜੇ ਉਹ ਮਿਲਦੇ ਨੇ। ਹਮੇਸ਼ਾ ਪੱਕਿਆਂ ਵਿੱਚੋਂ ਹੀ ਵਸਤੂ ਹਾਸਲ ਹੁੰਦੀ ਹੈ, ਤੇ ਜੇ ਕੱਚੇ ਲਈ ਫਿਰੇਗਾ ਤੇ ਕੀ ਖੱਟ ਲੇਗਾ। ਇਸ ਤਰੀਕੇ ਨਾਲ ਅੱਜ ਭਗਤ ਕਬੀਰ ਸਾਹਿਬ ਸਾਨੂੰ ਪਿਆਰ ਦੀ ਖੇਡ ਖੇਡਣੀ ਵੀ ਸਿਖਾਉਂਦੇ ਅਕਾਲ ਪੁਰਖ ਨਾਲ। ਤੇ ਖੇਡਣ ਲਈ ਸ਼ਰਤ ਇਹ ਰੱਖੀ ਸੀ ਵੀ ਤੂੰ ਆਪਣਾ ਆਪਾ ਨਿਵਰਤ ਕਰਕੇ ਜਾਈ ਤੇ ਉਹਦੇ ਨਾਲ ਖੇਡੀ, ਜਿਹੜਾ ਜਗਤ ਦਾ ਗੁਰੂ ਨਹੀਂ, ਜਿਹੜਾ ਸਾਰੇ ਸੰਸਾਰ ਦਾ ਗੁਰੂ ਹੈ। ਸਾਰੇ ਸੰਸਾਰ ਦਾ ਗੁਰੂ ਭਾਵ ਜਿਹਨੇ ਦੁਨੀਆ ਬਣਾਈ, ਦੁਨੀਆ ਬਣਾ ਕੇ ਦੁਨੀਆ ਨੂੰ ਪਾਲਣ ਵਾਲਾ, ਸਭਨਾਂ ਨੂੰ ਨਿਵਾਜਣ ਵਾਲਾ, ਉਹਦੇ ਨਾਲ ਪਿਆਰ ਦੀਆਂ ਖੇਡਾਂ ਖੇਡੀ ਤੇ ਹੰਕਾਰ ਵਿੱਚ ਨਹੀਂ, ਹੰਕਾਰ ਛੱਡ ਕੇ ਖੇਡੀ। ਖੈਰ ਸਤਿਗੁਰੂ ਕਿਤੇ ਮਿਹਰ ਕਰਨ, ਸਾਡੇ ਵੀ ਸਭਨਾਂ ਦੇ ਸਿਰਾਂ ਉੱਤੇ ਮਾਲਕ ਆਪ ਕਿਰਪਾ ਕਰਨ ਤੇ ਸਾਨੂੰ ਵੀ ਆਪਣੇ ਜੀਵਨ ਦੇ ਅੰਦਰ ਸ਼ਬਦ ਗੁਰੂ ਦਾ ਆਸਰਾ ਸਹਾਰਾ ਲੈਣ ਦੀ ਜਾਚ ਆ ਜਾਏ ਤੇ ਅਸੀਂ ਵੀ ਸ਼ਬਦ ਗੁਰੂ ਦਾ ਸਹਾਰਾ ਲੈ ਕੇ ਸੱਚੇ ਨਾਲ ਕਿਤੇ ਆਪਣੀ ਪਿਆਰ ਦੀ ਖੇਡ ਜਿਹੜੀ ਉਹ ਬਣਾ ਲਈਏ, ਉਹਦੇ ਨਾਲ ਖੇਡ ਖੇਡਣ ਦੀ ਸਾਨੂੰ ਜਾਚ ਆ ਜਾਏ ਤੇ ਉਹਦੇ ਤੋਂ ਆਪਣਾ ਆਪਾ ਵਾਰਨ ਦੀ ਜਾਚ ਸਾਨੂੰ ਆ ਜਾਏ। ਸਤਿਗੁਰੂ ਮਿਹਰ ਕਰਨ। ਮਾਲਕ ਅੱਗੇ ਹਰ ਵਕਤ ਅਰਜ਼ੋਈ ਅਰਦਾਸ ਕਰਦੇ ਰਿਹਾ ਕਰੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਮਿਹਰ ਕਰਨ, ਸਾਡੇ ਸਭਨਾਂ ਦੀਆਂ ਝੋਲੀਆਂ ਆਪਣੇ ਨਾਮ ਦੀ ਦਾਤ ਗੁਰਸਿੱਖੀ ਜੀਵਨ ਨਾਲ ਭਰ ਦੇਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਕਬੀਰ ਜੋ ਤੋਹਿ ਸਾਧ ਪਿਰਮ ਕੀ, ਪਾਕੇ ਸੇਤੀ ਖੇਲ ਕਾਚੀ ਸਰਸੋਂ ਪੇਲ ਕੈ, ਨਾ ਖਲ ਪਈ ਨਾ ਤੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ।